ਸਤਿਕਾਰਯੋਗ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਜੈ ਲਖ ਦਾਤਾ ਪੀਰ ਦੀ, ਮੌਜ਼ ਫਕੀਰ ਦੀ। ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ। ਤੁਹਾਡੇ ਦੁੱਖਾਂ ਦੀ ਦਵਾਈ ਸਿਮਰਨ ਹੈ, ਬੰਦਗੀ ਹੈ, ਭਗਤੀ ਹੈ। ਬੰਦਾ ਉਹ ਜੋ ਬੰਦਗੀ ਕਰੇ। ਤੇ ਆਪਣੀ ਡਿਊਟੀ ਸਮਝ ਕੇ ਰੋਜ਼ ਸਿਮਰਨ ਕਰਦੇ ਰਹੋ, ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ। ਬੜੀ ਅਫਸੋਸ ਦੀ ਗੱਲ ਆ, ਬੜੀ ਮਾੜੀ ਗੱਲ ਆ ਕਿ ਅਸੀਂ ਐਡੇ ਵੱਡੇ ਮਹਾਂਪੁਰਸ਼ਾਂ ਦੇ ਚਰਨਾਂ ਨਾਲ ਲੱਗ ਕੇ, ਐਡੇ ਵੱਡੇ ਵੱਡੇ ਗੁਰੂਆਂ ਦੇ ਲੜ ਲੱਗ ਕੇ, ਹੈ ਨਾ, ਐਡੇ ਵੱਡੇ ਸੰਤਾਂ ਦੇ ਲੜ ਲੱਗ ਕੇ ਅਸੀਂ ਫਿਰ ਵੀ ਵਹਿਮਾਂ ਭਰਮਾਂ ਦੇ ਵਿੱਚ ਪਏ ਹੋਏ ਹਾਂ, ਅੰਧ ਵਿਸ਼ਵਾਸ ਦੇ ਵਿੱਚ ਪਏ ਹੋਏ ਹਾਂ। ਅਸੀਂ ਆਪਣੇ ਗੁਰੂ ਦਾ ਸਤਿਕਾਰ ਕੀ ਕਰਨਾ ਸੀ, ਅਸੀਂ ਉਸ ਦਾ ਨਿਰਾਦਰ ਹੀ ਕਰੀ ਜਾ ਰਹੇ ਹਾਂ। ਸਮਾਜ 'ਚ ਜਾਂਦੇ ਹਾਂ, ਘੁੰਮਣ ਫਿਰਨ ਨੂੰ ਮਿਲਦਾ ਆ, ਕਈ ਸੰਗਤਾਂ ਨਾਲ ਵੀ ਵਿਚਾਰ ਹੁੰਦੇ ਆ, ਸੰਗਤਾਂ ਘਰ ਜਾਣ ਦਾ ਮੌਕਾ ਮਿਲਦਾ ਤਾਂ ਬੜੀ ਇੱਕ ਗੱਲ ਬਹੁਤ ਦੇਖਣ ਨੂੰ ਮਿਲਦੀ ਆ ਕਿ ਅਸੀਂ ਐਡੇ ਵੱਡੇ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਚਰਨਾਂ ਨਾਲ ਲੱਗ ਕੇ, ਐਡੇ ਵੱਡੇ ਵੱਡੇ ਗੁਰੂਆਂ ਦੇ ਲੜ ਲੱਗ ਕੇ, ਐਡੇ ਵੱਡੇ ਮਹਾਂਪੁਰਸ਼ਾਂ ਫਕੀਰਾਂ ਦੇ ਲੜ ਲੱਗ ਕੇ ਫਿਰ ਵੀ ਅਸੀਂ ਵਹਿਮਾਂ ਦੇ ਵਿੱਚ, ਭਰਮਾਂ ਦੇ ਵਿੱਚ, ਅੰਧ ਵਿਸ਼ਵਾਸ ਦੇ ਵਿੱਚ ਪਏ ਹੋਏ ਹਾਂ। ਕਿ ਅਸੀਂ ਆਪਣੇ ਗੁਰੂ ਦਾ ਸਤਿਕਾਰ ਕੀ ਕਰਨਾ ਸੀ, ਅਸੀਂ ਆਪਣੇ ਗੁਰੂ ਦਾ ਨਿਰਾਦਰ ਹੀ ਕਰੀ ਜਾ ਰਹੇ ਹਾਂ। ਕੋਈ ਮੰਗਲ ਦੋਸ਼ ਦੇ ਵਿੱਚ ਪਿਆ ਹੋਇਆ, ਕੋਈ ਸ਼ਨੀ ਦੋਸ਼ ਦੇ ਵਿੱਚ ਪਿਆ ਹੋਇਆ, ਕੋਈ ਪਿੱਤਰ ਦੋਸ਼ ਦੇ ਵਿੱਚ ਪਿਆ ਹੋਇਆ, ਕੋਈ ਵਸਤੂ ਦੋਸ਼ ਦੇ ਵਿੱਚ ਪਿਆ ਹੋਇਆ, ਕੋਈ ਸ਼ਨੀ ਦੋਸ਼ ਦੇ ਵਿੱਚ ਪਿਆ ਹੋਇਆ। ਪਰ ਜੋ ਆਪਣੇ ਆਪ ਦੇ ਅੰਦਰ ਦੇ ਦੋਸ਼ ਆ, ਉਸ ਨੂੰ ਦੂਰ ਕਿਉਂ ਨਹੀਂ ਕਰਦੇ? ਅਸੀਂ ਉਸ ਨੂੰ ਦੇਖਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਜਿਹੜੇ ਆਪ ਦੇ ਦੋਸ਼ ਨੇ, ਆਪ ਦੇ ਅੰਦਰ ਦੋਸ਼ ਨੇ, ਅਸੀਂ ਉਸ ਨੂੰ ਖਤਮ ਕਿਉਂ ਨਹੀਂ ਕਰਦੇ ਪਏ? ਕਿਉਂ ਅਸੀਂ ਸ਼ਾਰਟਕਟ ਰਸਤੇ ਅਪਣਾ ਰਹੇ ਹਾਂ? ਬਾਰ-ਬਾਰ ਹਰ ਵੀਡੀਓ ਵਿੱਚ ਮੈਂ ਵੀ ਗੱਲ ਕਹਿਣਾ, ਜਿੰਨੇ ਸੰਤ ਮਹਾਂਪੁਰਸ਼ ਫਕੀਰ ਆਏ ਨੇ, ਗੁਰੂ ਮਹਾਰਾਜ ਆਏ ਨੇ, ਸਾਰਿਆਂ ਨੇ ਇੱਕੋ ਗੱਲ ਕੀਤੀ, ਬੇਟੇ ਇਹ ਸੰਸਾਰ ਇੱਕ ਕਰਮ ਭੂਮੀ ਆ। ਜੈ ਜੈ ਤੁਸੀਂ ਕਰਮ ਕਰੋਗੇ ਉਹ ਜਿਹਾ ਤੁਹਾਨੂੰ ਫਲ ਮਿਲੇਗਾ। ਅੱਛਾ ਕਰੋਗੇ ਅੱਛਾ ਮਿਲੇਗਾ, ਮਾੜਾ ਕਰੋਗੇ ਮਾੜਾ ਮਿਲੇਗਾ। ਜੈ ਜੀ ਤੁਸੀਂ ਫਸਲ ਬੀਜੀ ਆ, ਉਹ ਜੀ ਫਸਲ ਤੁਹਾਨੂੰ ਵੱਢਣੀ ਪੈਣੀ ਆ। ਬਾਰ-ਬਾਰ ਗੁਰੂ ਮਹਾਰਾਜ, ਸੰਤ ਮਹਾਂਪੁਰਖ ਫਕੀਰ ਸਾਨੂੰ ਇਹ ਗੱਲ ਕਹਿ ਰਿਹਾ ਕਿ ਬੇਟੇ ਇਹ ਸੰਸਾਰ ਕਰਮ ਭੂਮੀ ਆ। ਜਿੱਦਾਂ ਤੁਸੀਂ ਕਰਮ ਕਰੋਗੇ ਉਹ ਜਿਹਾ ਤੁਹਾਨੂੰ ਫਲ ਮਿਲੇਗਾ। ਅੱਜ ਤੁਸੀਂ ਸੁਖੀ ਹੋ, ਇਹ ਵੀ ਤੁਹਾਡੇ ਅੱਛੇ ਕਰਮ ਨੇ। ਤੁਸੀਂ ਅੱਜ ਦੁਖੀ ਹੋ, ਇਹ ਤੁਹਾਡੇ ਮਾੜੇ ਕਰਮ ਨੇ। ਦੁੱਖ ਸੁੱਖ ਕਰਮਾਂ ਅਨੁਸਾਰ ਮਿਲਦੇ ਨੇ, ਅਮੀਰੀ ਗਰੀਬੀ ਕਰਮਾਂ ਅਨੁਸਾਰ ਮਿਲਦੀ ਆ। ਇਹਦੇ ਵਿੱਚ ਗੁਰੂ ਦਾ ਕੋਈ ਦੋਸ਼ ਨਹੀਂ, ਪਰਮਾਤਮਾ ਦਾ ਕੋਈ ਦੋਸ਼ ਨਹੀਂ। ਅਸੀਂ ਸ਼ਾਰਟਕਟ ਰਸਤੇ ਅਪਣਾਉਣ ਦੀ ਕੋਸ਼ਿਸ਼ ਕਰਦੇ ਪਏ ਹਾਂ, ਜੋ ਸਾਡੇ ਦੁੱਖ ਦਾ ਕਾਰਨ ਆ। ਹੈ ਨਾ, ਐਡੇ ਵੱਡੇ ਮਹਾਂਪੁਰਸ਼ਾਂ ਦੇ ਨਾਲ ਆਪਾਂ ਲੱਗੇ ਹੋਏ ਹਾਂ, ਉਹਨਾਂ ਦੇ ਸ਼ਿਸ਼ੇ ਬਣੇ ਹੋਏ ਹਾਂ, ਉਹਨਾਂ ਕੋਲ ਨਾਮਦਾਨ ਲਿੱਤਾ ਹੋਇਆ ਹੈ ਨਾ, ਆਪਾਂ ਗੁਰੂ ਵਾਲੇ ਬਣੇ ਹੋਏ ਹਾਂ। ਫਿਰ ਵੀ ਅਸੀਂ ਅੰਧ ਵਿਸ਼ਵਾਸ ਵਿੱਚ ਕਿਉਂ ਪੈ ਰਹੇ ਹਾਂ? ਕਿਉਂ ਸਾਨੂੰ ਆਪਣੇ ਗੁਰੂ 'ਤੇ ਵਿਸ਼ਵਾਸ ਨਹੀਂ ਹੈਗਾ? ਕਿਉਂ ਸਾਨੂੰ ਆਪਣੇ ਗੁਰੂ 'ਤੇ ਭਰੋਸਾ ਨਹੀਂ ਹੈਗਾ? ਜੇ ਤੁਹਾਨੂੰ ਆਪਣੇ ਗੁਰੂ 'ਤੇ ਵਿਸ਼ਵਾਸ ਆ, ਗੁਰੂ 'ਤੇ ਭਰੋਸਾ ਹੈ, ਫਿਰ ਤੁਸੀਂ ਆ ਟੇਵਿਆਂ ਜੰਤਰੀਆਂ ਦੇ ਚੱਕਰਾਂ 'ਚ ਕਿਉਂ ਪਏ ਹੋਏ ਆ? ਕਿਉਂ ਤੁਸੀਂ ਵਹਿਮਾਂ ਦੇ ਵਿੱਚ ਪਏ ਹੋਏ ਆ? ਕਿਉਂ ਤੁਸੀਂ ਅੰਧ ਵਿਸ਼ਵਾਸ ਵਿੱਚ ਘੁੰਮੀ ਜਾ ਰਹੇ ਹੋ? ਕਦੋਂ ਤੱਕ ਤੁਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਰਹੋਗੇ? ਆਪਣੇ ਜੀਵਨ ਨੂੰ, ਇਸ ਮਨੁੱਖੀ ਚੋਲੇ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਜੀਵਨ ਭਗਤੀ ਕਰਨ ਵਾਸਤੇ ਮਿਲਿਆ, ਬੰਦਗੀ ਕਰਨ ਵਾਸਤੇ ਮਿਲਿਆ।
ਇसी ਜਨਮ ਵਿੱਚ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ, ਉਹਨੂੰ ਮਿਲਿਆ ਜਾ ਸਕਦਾ, ਇसी ਜਨਮ ਦੇ ਵਿੱਚ ਭਗਤੀ ਹੋ ਸਕਦੀ ਹੈ। ਇਹ ਸੰਸਾਰ ਜੋ ਸੰਸਾਰ ਹੈ, ਇਹ ਦੁੱਖਾਂ ਦਾ ਘਰ ਹੈ। ਇੱਥੇ ਸੁੱਖ ਨਹੀਂ ਹੈ। ਜਿੱਕੋ ਪੈਸਾ ਹੈ ਉਹ ਵੀ ਦੁਖੀ ਆ, ਜਿੱਕੋ ਨਹੀਂ ਹੈਗਾ ਉਹ ਵੀ ਦੁਖੀ ਆ। ਜਿਹਦੇ ਕੋਲ ਆਪਣਾ ਘਰ ਹੈ ਉਹ ਵੀ ਦੁਖੀ ਆ, ਜਿੱਕੋ ਆਪਣਾ ਘਰ ਨਹੀਂ ਹੈਗਾ, ਕਿਰਾਏ ਤੇ ਰਹਿੰਦਾ, ਉਹ ਵੀ ਦੁਖੀ ਆ। ਉਹ ਕਹਿੰਦੇ ਮੇਰਾ ਆਪਣਾ ਘਰ ਬਣ ਜਾਵੇ, ਮੈਂ ਸੁਖੀ ਹੋ ਜਾਊਂਗਾ। ਜਿਨ੍ਹਾਂ ਦੇ ਆਪਣੇ ਘਰ ਆ ਉਹ ਆਪ ਦੁਖੀ ਨੇ। ਕਿਸੇ ਕੋਲ ਮੁੰਡਾ ਹੈ ਉਹ ਤਾਂ ਦੁਖੀ ਆ, ਜੇ ਮੁੰਡਾ ਨਹੀਂ ਹੈਗਾ ਤਾਂ ਦੁਖੀ ਆ। ਇਹ ਸੰਸਾਰ ਦੁੱਖਾਂ ਦਾ ਘਰ ਹੈ। ਨਾਨਕ ਦੁਖੀਆ ਸਭ ਸੰਸਾਰ। ਰਾਮ ਜੀ ਆਏ, ਖੁਦ ਪਰਮਾਤਮਾ ਸੀ ਕਿ ਉਹਨਾਂ ਨੇ ਦੁੱਖ ਨਹੀਂ ਕੱਟੇ। ਜੰਗਲਾਂ ਵਿੱਚ ਰਹੇ, ਕਿੰਨਾ ਦੁਨੀਆ ਦੀ ਗੱਲਾਂ ਸੁਣੀਆਂ। ਕ੍ਰਿਸ਼ਨ ਭਗਵਾਨ ਆਏ, ਕਿੱਥੇ ਜਨਮ ਹੋਇਆ, ਕਿੱਥੇ ਪੱਲੇ, ਕਿੱਥੇ ਵੱਡੇ ਹੋਏ, ਕਿੱਥੇ ਲੀਲਾ ਰਚੀ ਉਹਨਾਂ ਨੇ। ਕਬੀਰ ਸਾਹਿਬ ਆਏ ਕਿ ਉਹਨਾਂ ਨੇ ਦੁੱਖ ਨਹੀਂ ਕੱਟੇ। ਕਿਸ ਨੇ ਨਹੀਂ ਦੁੱਖ ਕੱਟੇ ਇੱਥੇ ਆ ਕੇ। ਸਾਰਿਆਂ ਨੇ ਦੁੱਖ ਕੱਟੇ, ਕੋਈ ਇੱਥੇ ਸੁਖੀ ਨਹੀਂ ਰਿਹਾ। ਰਾਜਾ ਸਿਕੰਦਰ ਵੀ ਹੈ ਨਾ, ਅੰਤ ਵੇਲੇ ਦੇਖਿਓ ਉਹਦੇ ਕੀ ਹਾਲ ਸੀ। ਅੰਤ ਵੇਲੇ ਰਾਜਾ ਸਿਕੰਦਰ ਕਹਿੰਦਾ ਮੇਰੇ ਕੋਲ ਦੁਨੀਆ ਦੀ ਸਾਰੀ ਦੌਲਤ ਲੈ ਲਓ, ਮੈਨੂੰ ਆਰਾਮ ਦੇ ਦਿਓ, ਮੈਨੂੰ ਠੀਕ ਕਰ ਦਿਓ, ਮੈਂ ਜੀਣਾ ਚਾਹੁੰਦਾ ਹਾਂ। ਪਰ ਉਹਦੇ ਧਨ ਦੌਲਤ ਪਦਾਰਥ ਮਹਿਲ ਮਾੜੀਆਂ ਕੋਈ ਕੰਮ ਨਹੀਂ ਆਈਆਂ। ਵੱਡੇ ਵੱਡੇ ਵੈਦ ਰੱਖੇ ਹੋਏ ਸੀ, ਉਹ ਕੰਮ ਨਹੀਂ ਆਏ ਉਹਦੇ। ਵੱਡੇ ਵੱਡੇ ਹਕੀਮ ਰੱਖੇ ਸੀ, ਉਹ ਕੰਮ ਨਹੀਂ ਆਏ ਉਹਦੇ। ਹਾਰ ਕੇ ਇਸ ਸੰਸਾਰ ਤੋਂ ਜਾਣਾ ਪਿਆ। ਮੈਂ ਤਾਂ ਅੱਜ ਤੁਹਾਡੇ ਨਾਲ ਇਹ ਵਿਚਾਰ ਕਰਨਾ ਚਾਹੁੰਦਾ ਕਿ ਅਸੀਂ ਐਡੇ ਵੱਡੇ ਮਹਾਂਪੁਰਸ਼ਾਂ ਦੇ ਨਾਲ ਲੱਗੇ ਹੋਏ ਹਾਂ, ਇੰਨੇ ਵੱਡੇ ਵੱਡੇ ਗੁਰੂਆਂ ਕੋਲੋਂ ਨਾਮਦਾਨ ਲਿੱਤਾ ਹੋਇਆ, ਦੀਕਸ਼ਾ ਲਿੱਤੀ ਹੋਈ ਆ, ਅੰਮ੍ਰਿਤ ਛਕਿਆ ਹੋਇਆ ਹੈ ਨਾ। ਫਿਰ ਵੀ ਅਸੀਂ ਥੋੜ੍ਹਾ ਜਿਹਾ ਦੁੱਖ ਆਉਂਦਾ, ਥੋੜ੍ਹੀ ਜਿਹੀ ਤਕਲੀਫ ਆਉਂਦਾ, ਅਸੀਂ ਆਪਣੇ ਯੰਤਰੀਆ ਟੇਵੇ ਲੈ ਕੇ ਪੰਡਤਾਂ ਕੋਲ ਪਹੁੰਚ ਜਾਂਦੇ ਹਾਂ। ਕੀ ਇਹ ਕਰਮ ਕਾਂਡ ਕਰਨ ਨਾਲ ਕੀ ਤੁਸੀਂ ਸੁਖੀ ਹੋ ਜਾਓਗੇ? ਜੇ ਇਹ ਕਰਮ ਕਾਂਡ ਕਰਨ ਨਾਲ, ਟੇਵੇ ਯੰਤਰੀਆ ਦੇ ਨਾਲ, ਤਰ੍ਹਾਂ ਤਰ੍ਹਾਂ ਦੇ ਉਪਾਏ ਕਰਨ ਨਾਲ ਜੇ ਸੰਸਾਰ ਸੁਖੀ, ਅੱਜ ਸੁਖੀ ਅਸੀਂ ਹੁੰਨੇ, ਤਾਂ ਅੱਜ ਸਾਰਾ ਸੰਸਾਰ ਸੁਖੀ ਹੋਣਾ ਚਾਹੀਦਾ ਸੀ। ਕਿਹੜਾ ਇਨਸਾਨ ਨਹੀਂ ਚਾਹੁੰਦਾ ਮੈਂ ਅਮੀਰ ਬਣਾ? ਕਿਹੜਾ ਇਨਸਾਨ ਨਹੀਂ ਚਾਹੁੰਦਾ ਮੈਂ ਸੁਖੀ ਰਵਾਂ? ਹਰ ਇਨਸਾਨ ਚਾਹੁੰਦਾ ਆ। ਪਰ ਇਨਸਾਨ, ਇਹ ਮਨੁੱਖੀ ਦੇਹ, ਜਿਹੜਾ ਸਰੀਰ ਹੈ, ਮਨੁੱਖੀ ਜਨਮ ਹੈ, ਇਹ ਕਰਮਾਂ ਦੇ ਵਿੱਚ ਜਕੜਿਆ ਹੋਇਆ। ਜੈ ਜਿਹੇ ਇਨਸਾਨ ਨੇ ਕਰਮ ਕੀਤੇ ਆ, ਉਹ ਜਿਹਾ ਉਹਨੂੰ ਫਲ ਮਿਲਣਾ ਹੈ। ਅੱਛਾ ਕਰਾਂਗੇ ਅੱਛਾ ਮਿਲੇਗਾ, ਮਾੜਾ ਕਰਾਂਗੇ ਮਾੜਾ ਮਿਲੇਗਾ। ਅਤੇ ਇਸ ਕਰਕੇ ਸੁੱਖ ਦੁੱਖ ਸਾਡੇ ਸਰੀਰ ਦੇ ਜ਼ਰੂਰੀ ਅੰਗ ਨੇ। ਦੁੱਖ ਸੁੱਖ ਸਾਨੂੰ ਕਰਮਾਂ ਅਨੁਸਾਰ ਮਿਲਦੇ ਨੇ। ਐਵੇਂ ਆਪਣੇ ਦੁੱਖਾਂ ਤੋਂ ਭੱਜਿਆ ਨਾ ਕਰੋ। ਦੁੱਖਾਂ ਦਾ ਡਟ ਕੇ ਮੁਕਾਬਲਾ ਕਰਿਆ ਕਰੋ। ਮੁਕਾਬਲਾ ਤੁਸੀਂ ਤਾਂ ਕਰੋਗੇ ਜੇ ਤੁਹਾਨੂੰ ਆਪਣੇ ਆਪ 'ਤੇ ਭਰੋਸਾ ਹੋਵੇਗਾ, ਆਪਣੇ ਆਪ 'ਤੇ ਵਿਸ਼ਵਾਸ ਹੋਵੇਗਾ। ਨਾ ਤਾਂ ਤੁਹਾਨੂੰ ਆਪਣੇ ਆਪ 'ਤੇ ਭਰੋਸਾ ਆ, ਆਪਣੇ ਆਪ 'ਤੇ ਵਿਸ਼ਵਾਸ ਨਹੀਂ ਹੈਗਾ, ਅਤੇ ਗੁਰੂ 'ਤੇ ਭਰੋਸਾ ਕੀ ਹੋਣਾ ਤੁਹਾਡਾ? ਠੀਕ ਹੈ ਨਾ। ਨਾ ਤੁਸੀਂ ਆਪਣੇ ਆਪ 'ਤੇ ਭਰੋਸਾ ਰੱਖਦੇ ਹੋ, ਨਾ ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਆ, ਅਤੇ ਗੁਰੂ 'ਤੇ ਤੁਹਾਡਾ ਵਿਸ਼ਵਾਸ ਕਿੱਦਾਂ ਹੋਵੇਗਾ? ਗੁਰੂ 'ਤੇ ਭਰੋਸਾ ਤੁਹਾਡਾ ਕਿੱਦਾਂ ਹੋਵੇਗਾ? ਤੁਸੀਂ ਤਾਂ ਗੁਰੂ ਨੂੰ ਮਜ਼ਾਕ ਬਣਾ ਲਿਆ। ਫਿਰ ਤੁਸੀਂ ਕਹਿੰਦੇ ਹੋ ਮੈਨੂੰ 30 ਸਾਲ ਹੋ ਗਏ ਨਾਮਦਾਨ ਲਿੱਤੇ ਨੂੰ, ਗੁਰੂ ਦੀਕਸ਼ਾ ਲਿੱਤੇ ਨੂੰ। ਕੋਈ ਕਹਿੰਦਾ ਮੈਨੂੰ 50 ਸਾਲ ਹੋ ਗਏ, ਕੋਈ ਕਹਿੰਦਾ 60 ਸਾਲ ਹੋ ਗਏ, ਕੋਈ ਕਹਿੰਦਾ 20 ਸਾਲ ਹੋ ਗਏ, ਹੈ ਨਾ। ਬਸ ਨਾਮਦਾਨ ਲੈ ਲਿਆ, ਪਰ ਅਭਿਆਸ ਨਹੀਂ ਕੀਤਾ, ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ। ਤਾਂ ਹੀ ਅਸੀਂ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਹਾਂ। ਕਸੂਰ ਆਪਾਂ ਗੁਰੂ ਦਾ ਕੱਢੀ ਜਾ ਰਹੇ ਹਾਂ ਕਿ ਗੁਰੂ ਸਾਡਾ ਕੁਛ ਨਹੀਂ ਕਰਦਾ ਪਿਆ। ਡਾਕਟਰ ਕੋਲ ਦਵਾਈ ਲੈ ਆਂਦੀ, ਉਹ ਅਸੀਂ ਖਾਧੀ ਨਹੀਂ ਹੈਗੀ, ਸਾਨੂੰ ਆਰਾਮ ਕਿੱਦਾਂ ਆਵੇਗਾ? ਸਾਨੂੰ ਡਾਕਟਰ ਦਾ ਕਿੱਦਾਂ ਪਤਾ ਲੱਗੇਗਾ ਕਿ ਡਾਕਟਰ ਵਧੀਆ ਆ, ਗਲਤ ਆ ਕਿ ਸਹੀ ਆ? ਬਸ ਡਾਕਟਰ ਕੋਲ ਦਵਾਈ ਲੈ ਆਂਦੀ, ਘਰੇ ਲਿਆ ਕੇ ਰੱਖ ਦਿੱਤੀ, ਖਾਧੀ ਨਹੀਂ ਹੈਗੀ, ਆਰਾਮ ਕਿੱਦਾਂ ਆਵੇਗਾ? ਡਾਕਟਰ ਬਾਰੇ ਕਿੱਦਾਂ ਪਤਾ ਲੱਗੇਗਾ ਸਾਨੂੰ?
ਇसी ਤਰ੍ਹਾਂ ਅਸੀਂ ਗੁਰੂ ਦੇ ਕੋਲੋਂ ਨਾਮਦਾਨ ਲੈ ਲਿਆ, ਦੀਕਸ਼ਾ ਲੈ ਲਈ, ਹਾਂ, ਸ਼ਬਦ ਲੈ ਲਿਆ, ਹੈ ਨਾ। ਉਹਦਾ ਸਾਨੂੰ ਅਭਿਆਸ ਕਰਨਾ ਸੀ। ਅਸੀਂ ਗੁਰੂ ਵਾਲੇ ਬਣ ਗਏ, ਅੰਮ੍ਰਿਤ ਛਕ ਲਿਆ, ਹੈ ਨਾ। ਅਸੀਂ ਨਿਤਨੇਮ ਹੀ ਨਹੀਂ ਕੀਤਾ, ਰੋਜ਼ ਅਭਿਆਸ ਹੀ ਨਹੀਂ ਕੀਤਾ, ਸਿਮਰਨ ਹੀ ਨਹੀਂ ਕੀਤਾ, ਤੇ ਅਸੀਂ ਗੁਰੂ ਨੂੰ ਕਿੱਦਾਂ ਜਾਣਾਂਗੇ? ਗੁਰੂ ਨੂੰ ਪਹਿਚਾਨਾਂਗੇ ਕਿੱਦਾਂ ਅਸੀਂ? ਬਸ ਅਸੀਂ ਤਾਂ ਇੱਕ ਭੇਡ ਚਾਲ ਦੇ ਵਿੱਚ ਫਸੇ ਹੋਏ ਹਾਂ। ਗੁਰੂ ਬਣਾ ਲਿਆ, ਬਸ ਫਤਿਹ ਜੀ, ਸਭ ਕੁਝ ਜਿੱਤ ਲਿਆ, ਕਿ ਗੁਰੂ ਆਪ ਹੀ ਜਾਣੇ ਕੀ ਕਰਨਾ ਨਹੀਂ ਕਰਨਾ। ਇੱਦਾਂ ਕੋਈ ਨਹੀਂ ਜ਼ਿੰਮੇਵਾਰੀ ਚੱਕਦਾ। ਜਿੱਡੇ ਵੱਡੇ ਮਹਾਂਪੁਰਸ਼ ਹੋਣ, ਜਿੱਡੇ ਵੱਡੇ ਮਹਾਂਪੁਰਸ਼ ਹੋਣ, ਫਕੀਰ ਹੋਵੋ, ਇੱਦਾਂ ਤੁਹਾਡੀ ਜ਼ਿੰਮੇਵਾਰੀ ਨਹੀਂ ਚੱਕਣੀ ਕਿਸੇ ਨੇ ਵੀ। ਤੁਹਾਨੂੰ ਗੁਰੂ ਨੇ ਇੱਕੋ ਕੰਮ ਦਿੱਤਾ, ਸਿਮਰਨ। ਤੁਸੀਂ ਆਪੇ ਡਿਊਟੀ ਸਮਝ ਕੇ ਰੋਜ਼ ਸਿਮਰਨ ਕਰੋ, ਰੋਜ਼ ਅਭਿਆਸ ਕਰੋ। ਫਿਰ ਤੁਹਾਨੂੰ ਪਤਾ ਲੱਗੇਗਾ ਗੁਰੂ ਕਿੰਨੀ ਤਾਕਤ ਦਾ ਮਾਲਕ ਆ। ਤੁਸੀਂ ਐਵੇਂ ਆਪਣੇ ਦੁੱਖਾਂ ਤੋਂ ਭੱਜੀ ਜਾ ਰਹੇ ਹੋ, ਸ਼ਾਰਟਕਟ ਰਸਤੇ ਅਪਣਾਈ ਜਾ ਰਹੇ ਹੋ, ਗੁਰੂ ਦਾ ਵੀ ਨਿਰਾਦਰ ਕਰਦੇ ਪਏ ਹੋ। ਇੱਕ ਆਇਆ, ਕਹਿੰਦਾ ਬਾਬਾ ਜੀ ਮੈਂ ਬਹੁਤ ਪਰੇਸ਼ਾਨ ਹਾਂ, ਬੜਾ ਦੁਖੀ ਹਾਂ, ਮੇਰਾ ਕੋਈ ਹੱਲ ਕਰੋ। ਮੈਂ ਕਰਜ਼ਾ ਕਿਤੇ ਕੋਲ ਲਿੱਤਾ ਹੋਇਆ, ਮੈਂ ਕਰਜ਼ਾ ਕਿੱਦਾਂ ਮੋੜਾਂ? ਕਰਜ਼ਾ ਤੁਸੀਂ ਲਿੱਤਾ ਆ ਤੇ ਤੁਸੀਂ ਵੀ ਮੋੜਨਾ ਆ। ਜੇ ਆਪਾਂ ਕਿਸੇ ਕੋਈ ਚੀਜ਼ ਲੈ ਲਈ, ਜੇ ਅਸੀਂ ਲਿੱਤੀ ਤੇ ਅਸੀਂ ਉਹ ਮੋੜਨੀ ਹੈ ਨਾ। ਉੱਥੇ ਗੁਰੂ ਕੀ ਕਰ ਸਕਦਾ? ਦੁੱਖ ਅਸੀਂ ਇਕੱਠੇ ਕਰੀ ਜਾ ਰਹੇ ਹਾਂ, ਕਰਮ ਅਸੀਂ ਮਾੜੇ ਕਰੀ ਜਾ ਰਹੇ ਹਾਂ, ਹੈ ਨਾ। ਤੇ ਗੁਰੂ ਨੂੰ ਦੋਸ਼ ਅਸੀਂ ਗੁਰੂ ਦੇਈ ਜਾ ਰਹੇ ਹਾਂ। ਕੀ ਤੁਹਾਨੂੰ ਆਪਣੇ ਗੁਰੂ 'ਤੇ ਭਰੋਸਾ ਨਹੀਂ ਹੈਗਾ? ਗੁਰੂ 'ਤੇ ਵਿਸ਼ਵਾਸ ਨਹੀਂ ਹੈਗਾ? ਸਾਡੇ ਜਿੰਨੇ ਵੀ ਸੰਤ ਮਹਾਂਪੁਰਸ਼ ਫਕੀਰ ਗੁਰੂ ਮਹਾਰਾਜ ਆਏ ਨੇ, ਸਾਰਿਆਂ ਨੇ ਇੱਕੋ ਗੱਲ ਕਹੀ ਆ। ਕੀ ਕਿਹਾ? ਸਰਵ ਰੋਗਾਂ ਦਾ ਔਖਦ ਨਾਮ। ਸਾਰੇ ਦੁੱਖਾਂ ਦੀ ਦਵਾਈ ਕੀ ਆ? ਨਾਮ। ਸਿਮਰਨ ਹੈ, ਬੰਦਗੀ ਹੈ, ਭਗਤੀ ਹੈ। ਪਰ ਅਸੀਂ ਸਿਮਰਨ ਕਰਨ ਦੀ ਬਜਾਏ, ਨਾਮ ਜਪਣ ਦੀ ਬਜਾਏ, ਅਸੀਂ ਕਰਮ ਕਾਂਡਾਂ ਚੱਕਰਾਂ ਵਿੱਚ ਪੈ ਗਏ। ਸਾਰੇ ਰੋਗਾਂ ਦੀ ਇੱਕੋ ਦਵਾਈ ਸਿਮਰਨ ਹੈ, ਬੰਦਗੀ ਹੈ। ਤੁਸੀਂ ਸਿਮਰਨ ਕਿਉਂ ਨਹੀਂ ਕਰਦੇ? ਬੰਦਗੀ ਕਿਉਂ ਨਹੀਂ ਕਰਦੇ ਪਏ? ਇੱਕ ਵਾਰ ਗੁਰੂ ਵਾਲੇ ਗੁਰੂ ਦੇ ਹੁਕਮ ਅਨੁਸਾਰ ਬੰਦਗੀ ਕਰਕੇ ਤਾਂ ਦੇਖੋ, ਔਰ ਭਗਤੀ ਕਰਕੇ ਤਾਂ ਦੇਖੋ। ਤੁਹਾਡੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਏਗਾ, ਤੁਹਾਨੂੰ ਸਦਾ ਸਦਾ ਸੁੱਖ ਮਿਲ ਜਾਏਗਾ। ਅਸੀਂ ਕੋਈ ਵਿਆਹ ਸ਼ਾਦੀਆਂ ਕਰਨੀ ਹੋਵੇ ਤਾਂ ਅਸੀਂ ਟੇਵੇ ਚੱਕ ਕੇ ਤੁਰ ਪੈਂਦੇ ਹਾਂ, ਹੈ ਨਾ। ਘਰ 'ਚ ਕੋਈ ਤਕਲੀਫ ਆ ਜਾਵੇ ਤਾਂ ਅਸੀਂ ਟੇਵੇ ਚੱਕ ਕੇ ਤੁਰ ਪੈਂਦੇ ਹਾਂ। ਸਾਡਾ ਕੋਈ ਕੰਮ ਨਾ ਬਣੇ ਤਾਂ ਅਸੀਂ ਟੇਵੇ ਚੱਕ ਕੇ ਤੁਰ ਪੈਂਦੇ ਹਾਂ। ਸਾਡਾ ਬੱਚਾ ਬਿਮਾਰ ਹੋ ਜਾਵੇ ਤਾਂ ਅਸੀਂ ਟੇਵੇ ਚੱਕ ਕੇ ਤੁਰ ਪੈਂਦੇ ਹਾਂ। ਘਰ ਵਿੱਚ ਲੜਾਈ ਝਗੜਾ ਹੋ ਜਾਵੇ ਤਾਂ ਅਸੀਂ ਟੇਵੇ ਜੰਤਰੀਏ ਚੱਕ ਕੇ ਤੁਰ ਪੈਂਦੇ ਹਾਂ। ਪੰਡਤਾਂ ਕੋਲ ਚਲੇ ਜਾਣੇ, ਬਾਬਿਆਂ ਕੋਲ ਚਲੇ ਜਾਣੇ। ਇਹਨਾਂ ਨੇ ਕੁਛ ਨਹੀਂ ਕਰਨਾ ਹੈਗਾ। ਤੁਸੀਂ ਆਪਣਾ ਵੀ ਸਮੇਂ ਖਰਾਬ ਕਰਦੇ ਹੋ, ਅਗਲੇ ਦਾ ਸਮਾਂ ਵੀ ਖਰਾਬ ਕਰਦੇ ਹੋ, ਨਾਲੇ ਤੁਹਾਡਾ ਆਪਣਾ ਪੈਸਾ ਵੀ ਖਰਾਬ ਹੁੰਦਾ ਆ। ਗੁਰੂ ਮਹਾਰਾਜ ਨੇ, ਸੰਤਾਂ ਮਹਾਂਪੁਰਸ਼ਾਂ ਨੇ ਸਾਰੇ ਰੋਗਾਂ ਦੀ ਦਵਾਈ ਸਿਮਰਨ, ਇੱਕੋ ਦਵਾਈ ਦੇਤੀ ਤੁਹਾਨੂੰ, ਸਿਮਰਨ। ਤੁਸੀਂ ਸਿਮਰਨ ਕਰੋ ਤਾਂ ਸੀ, ਸਾਰੇ ਦੁੱਖ ਤੁਹਾਡੇ ਆਪਣੇ ਆਪ ਦੂਰ ਹੋ ਜਾਣੇ ਆ। ਵੱਡੇ ਵੱਡੇ ਦੁੱਖ ਸੂਲੀ ਦੇ ਸੂਲ ਬਣ ਜਾਣੇ ਆ। ਪਰ ਸਾਡੇ ਕੋਲ ਇੱਕ ਕੰਮ ਨਹੀਂ ਹੁੰਦਾ। ਫਿਰ ਅਸੀਂ ਗੁਰੂ ਨੂੰ ਕਿੱਦਾਂ ਅਸੀਂ ਦੋਸ਼ ਦਿੰਦੇ ਹਾਂ? ਅਸੀਂ ਇੱਕ ਵਾਰ ਸਿਮਰਨ ਕਰਕੇ ਤਾਂ ਦੇਖੋ, ਨਾਮ ਜਪ ਕੇ ਤਾਂ ਦੇਖੋ, ਬੰਦਗੀ ਕਰਕੇ ਤਾਂ ਦੇਖੋ। ਸੰਸਾਰ ਦੇ ਸਾਰੇ ਸੁੱਖ ਪਦਾਰਥ ਤੁਹਾਡੇ ਅੱਗੇ ਪਿੱਛੇ ਘੁੰਮਣੇ ਆ, ਤੁਹਾਡੇ ਪਿੱਛੇ ਪਿੱਛੇ ਘੁੰਮਣੇ। ਘੱਟੋ ਘੱਟ ਰੋਜ਼ ਦਾ ਤੁਹਾਡਾ 24 ਘੰਟੇ ਦਸਵੰਧ, 2.5 ਘੰਟੇ ਰੋਜ਼ ਦਾ ਤੁਹਾਡਾ ਅਭਿਆਸ ਹੋਣਾ ਚਾਹੀਦਾ। ਇੱਕ ਸਿਟਿੰਗ ਹੋਣੀ ਚਾਹੀਦੀ ਰੋਜ਼ ਦੀ ਤੁਹਾਡੀ। ਜੇ ਤੁਸੀਂ ਰੋਜ਼ ਦਾ ਤੁਹਾਡਾ ਅਭਿਆਸ 2.5-3 ਘੰਟੇ ਰੋਜ਼ ਸਿਟਿੰਗ ਹੋਵੇਗੀ, ਤਾਂ ਹੀ ਤੁਸੀਂ ਆਪਣੇ ਆਪ ਨੂੰ ਜਾਣ ਸਕਦੇ ਹੋ। ਆਪਣੇ ਆਪ ਨੂੰ ਜਾਣੋਗੇ ਫਿਰ ਤੁਸੀਂ ਗੁਰੂ ਨੂੰ ਜਾਣ ਸਕਦੇ ਹੋ। ਗੁਰੂ ਨੂੰ ਜਾਣੋਗੇ ਫਿਰ ਤੁਸੀਂ ਪ੍ਰਮਾਤਮਾ ਨੂੰ ਜਾਣ ਸਕਦੇ ਹੋ। ਤੁਹਾਨੂੰ ਨਾ ਆਪਣੇ ਆਪ 'ਤੇ ਭਰੋਸਾ, ਨਾ ਤੁਹਾਨੂੰ ਆਪਣੇ ਗੁਰੂ 'ਤੇ ਭਰੋਸਾ, ਹੈ ਨਾ। ਭੱਜੀ ਜਾ ਰਿਹਾ, ਪਤਾ ਨਹੀਂ ਕਿਹੜੇ ਕੰਮ ਕਰੀ ਜਾ ਰਿਹਾ। ਉਹ ਇਕੱਠਾ ਕਰੀ ਜਾ ਜਿਹੜਾ ਕਦੇ ਨਾਲ ਹੀ ਨਹੀਂ ਜਾਣਾ ਹੈਗਾ। ਜਿਹਦੇ ਵਿੱਚ ਸੁੱਖ ਹੈਗਾ ਅਸੀਂ ਉੱਧਰ ਜਾਂਦੇ ਨਹੀਂ ਹੈਗੇ, ਜਿਹੜੇ ਦੁੱਖ ਹੀ ਦੁੱਖ ਆ ਅਸੀਂ ਉੱਧਰ ਭੱਜੀ ਜਾ ਰਹੇ ਹਾਂ।
ਸੱਚ ਨੂੰ ਫੜਦੇ ਨਹੀਂ ਪਏ, ਝੂਠ ਨੂੰ ਫੜੀ ਜਾ ਰਹੇ ਆ, ਝੂਠ ਨੂੰ ਇਕੱਠਾ ਕਰੀ ਜਾ ਰਹੇ, ਝੂਠ ਨੂੰ ਇਕੱਠਾ ਕਰੀ ਜਾ ਰਹੇ। ਹੁਣ ਤੁਸੀਂ, ਤੁਹਾਨੂੰ ਦੁੱਖ ਕੋਈ ਤਕਲੀਫ ਆਉਂਦਾ, ਤੁਸੀਂ ਟੇਵੇ ਲੈ ਕੇ ਜਾਂਦੇ ਹੋ, ਕਿ ਤੁਹਾਨੂੰ ਕੋਈ ਪੁੱਛਦਾ ਨਹੀਂ ਤੇਰਾ ਗੁਰੂ ਕੌਣ ਆ? ਹੈਂ, ਤੁਹਾਨੂੰ ਕੋਈ ਪੁੱਛਦਾ ਨਹੀਂ ਤੁਹਾਡਾ ਗੁਰੂ ਕੌਣ ਆ? ਫਿਰ ਤੁਸੀਂ ਕੀ ਗੁਰੂ ਦਾ ਆਪਣੇ ਨਾਮ ਦੱਸਦੇ ਆ? ਖੁਸ਼ੀ ਖੁਸ਼ੀ ਹੱਸ ਕੇ ਕੀ ਤੁਸੀਂ ਆਪਣੇ ਗੁਰੂ ਦਾ ਨਾਮ ਦੱਸਦੇ ਆ ਕਿ ਮੇਰੇ ਗੁਰੂ ਦਾ ਫਲਾਣਾ ਨਾਮ ਆ? ਐਡੇ ਵੱਡੇ ਅਸੀਂ ਗੁਰੂਆਂ ਦੇ ਚਰਨਾਂ ਨਾਲ ਲੱਗ ਕੇ ਫਿਰ ਅਸੀਂ ਅੰਧ ਵਿਸ਼ਵਾਸ ਵਿੱਚ ਕਿਉਂ ਪਏ ਹੋਏ ਆ? ਕਦ ਤੱਕ ਅਸੀਂ ਆਪਣੇ ਆਪ ਨੂੰ ਧੋਖਾ ਦੇਵਾਂਗੇ? ਜਦ ਤੱਕ ਤੁਹਾਨੂੰ ਆਪਣੇ ਗੁਰੂ 'ਤੇ ਵਿਸ਼ਵਾਸ ਨਹੀਂ ਨਾ ਹੈਗਾ, ਤਾਂ ਤੁਹਾਨੂੰ ਸੁੱਖ ਕਦੇ ਨਹੀਂ ਮਿਲ ਸਕਦਾ। ਨਾ ਹੀ ਤੁਹਾਨੂੰ ਕਦੇ ਪਰਮਾਤਮਾ ਮਿਲ ਸਕਦਾ, ਨਾ ਹੀ ਤੁਸੀਂ ਕਦੇ ਆਪਣੇ ਆਪ ਨੂੰ ਜਾਣ ਸਕਦੇ ਹੋ। ਗੁਰੂ ਤੁਹਾਨੂੰ ਸਮਝਾ ਰਿਹਾ, ਸਹੀ ਰਸਤਾ ਦਿਖਾ ਰਿਹਾ ਕਿ ਬੇਟੇ ਆਹ ਸਿਮਰਨ ਦਾ ਰਸਤਾ ਬਹੁਤ ਵਧੀਆ, ਰੋਜ਼ ਆਪਣਾ ਸਿਮਰਨ ਕਰ, ਰੋਜ਼ ਆਪਣਾ ਬੰਦਗੀ ਕਰ, ਚੱਲੀ ਚੱਲ ਚੱਲੀ ਚੱਲ ਚੱਲੀ ਚੱਲ ਚੱਲੀ ਚੱਲ। ਸਮੇਂ ਆਏ ਤੇ ਤੁਹਾਨੂੰ ਸੁੱਖ ਹੀ ਸੁੱਖ, ਸੁੱਖ ਹੀ ਸੁੱਖ ਮਿਲੇਗਾ, ਆਨੰਦ ਹੀ ਆਨੰਦ, ਆਨੰਦ ਹੀ ਆਨੰਦ ਮਿਲੇਗਾ। ਪਰ ਅਸੀਂ ਗੁਰੂ ਦੀ ਗੱਲਾਂ ਇੱਧਰੋਂ ਸੁਣਦੇ ਹਾਂ, ਇੱਧਰੋਂ ਕੱਢ ਦਿੰਦੇ ਹਾਂ। ਜਿੱਦਾਂ ਇੱਕ ਮੱਛਲੀ ਪੱਥਰ ਚੱਟ ਕੇ ਵਾਪਸ ਆਉਂਦੀ ਹੈ ਨਾ, ਉਸੇ ਤਰ੍ਹਾਂ ਤੁਸੀਂ ਵੀ ਠੋਕਰ ਖਾਂਦੇ ਹੋ, ਫਿਰ ਤੁਸੀਂ ਵਾਪਸ ਆਉਂਦੇ ਹੋ। ਪਤਾ ਵੀ ਸ਼ਾਇਦ ਤੁਸੀਂ ਸੋਚਦੇ ਕਿ ਗੁਰੂ ਸ਼ਾਇਦ ਸਾਨੂੰ ਝੂਠ ਬੋਲਦਾ ਹੈ ਨਾ। ਜਦੋਂ ਤੁਸੀਂ ਠੋਕਰ ਖਾ ਲੈਂਦੇ ਹੋ ਹੈ ਨਾ, ਤੁਹਾਡੇ ਨਾਲ ਹੇਰਾ ਫੇਰੀਆਂ ਹੋ ਜਾਂਦੀਆਂ, ਫਿਰ ਤੁਸੀਂ ਪਛਤਾਉਂਦੇ ਹੋ, ਫਿਰ ਤੁਹਾਨੂੰ ਗੁਰੂ ਦੀ ਯਾਦ ਆਉਂਦੀ ਹੈ। ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਸਮਰਪਣ ਕਰ ਦਿਓ, ਗੁਰੂ ਦੇ ਕਹਿਣ ਅਨੁਸਾਰ ਬੰਦਗੀ ਕਰੋ, ਭਗਤੀ ਕਰੋ। ਫਿਰ ਤੁਹਾਨੂੰ ਇਹਨਾਂ ਟੇਵਿਆਂ ਦੀ, ਯੰਤਰੀਆਂ ਦੀ ਲੋੜ ਨਹੀਂ ਪੈਣੀ, ਇਹਨਾਂ ਅੰਧ ਵਿਸ਼ਵਾਸ ਕਰਮ ਕਾਂਡ ਵਿੱਚ ਪੈਣ ਦੀ ਲੋੜ ਨਹੀਂ ਪੈਣੀ। ਇੱਕੋ ਦਵਾਈ ਨਾ, ਸਸਤਾ ਸੌਦਾ ਹੈ, ਉਹ ਵੀ ਤੁਹਾਡੇ ਕੋਲ ਨਹੀਂ ਹੋ ਰਿਹਾ। ਸੱਚਾ ਸੁੱਚਾ ਸੌਦਾ, ਸਸਤਾ ਸੌਦਾ ਹੈਗਾ, ਇਹ ਵੀ ਤੁਸੀਂ ਨਹੀਂ ਕਰਦੇ ਪਏ। ਨਾ ਕੋਈ ਦੇਣਾ, ਨਾ ਕੋਈ ਲੈਣਾ, ਇੱਕ ਸਿਮਰਨ ਕਰਨਾ ਬਸ। ਗੁਰੂ ਤੁਹਾਡੇ ਕੋਲ ਕੁਛ ਮੰਗਦਾ ਹੈ, ਇੱਕੋ ਚੀਜ਼ ਮੰਗਦਾ, ਸਿਮਰਨ। ਬੇਟੇ ਸਿਮਰਨ ਕਰੋ, ਸਿਮਰਨ ਕਰੋ, ਸਿਮਰਨ ਕਰੋ। ਪਰ ਤੁਸੀਂ ਸਿਮਰਨ ਕਰਨ ਦੀ ਬਜਾਏ ਹੈ ਨਾ, ਆਪਣੇ ਤਰ੍ਹਾਂ ਤਰ੍ਹਾਂ ਦੇ ਮਨ ਦੇ ਘੋੜੇ ਭਜਾਈ ਜਾ ਰਹੇ ਆ, ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਚੱਕਰਾਂ 'ਚ ਪਏ ਹੋਏ ਆ। ਤੁਹਾਨੂੰ ਮੁੰਦਰੀਆਂ 'ਤੇ ਭਰੋਸਾ, ਨਗਾਂ 'ਤੇ ਭਰੋਸਾ ਹੈਗਾ ਹੈ ਨਾ, ਆਪਣੇ ਗੁਰੂ 'ਤੇ ਭਰੋਸਾ ਨਹੀਂ ਹੈਗਾ। ਆਪਣੇ ਗੁਰੂ ਨਾਲ ਪ੍ਰੇਮ ਵਧਾਓ, ਆਪਣੇ ਗੁਰੂ 'ਤੇ ਭਰੋਸਾ ਰੱਖੋ, ਗੁਰੂ 'ਤੇ ਵਿਸ਼ਵਾਸ ਰੱਖੋ। ਤੁਸੀਂ ਸਿਮਰਨ ਰੋਜ਼ ਕਰਨਾ ਸ਼ੁਰੂ ਕਰੋ, ਤੁਹਾਡਾ ਜੀਵਨ ਬਦਲ ਜਾਵੇਗਾ। ਜਦੋਂ ਇਹ ਸੰਗਤ ਕਰਾਂਗੇ, ਸੰਤਾਂ ਮਹਾਂਪੁਰਖ ਸੰਗਤ ਕਰਾਂਗੇ, ਉਹ 'ਚ ਬੈਠ ਕੇ ਅਸੀਂ ਵਿਚਾਰ ਸੁਣਾਂਗੇ, ਸਾਡਾ ਜੀਵਨ ਬਦਲੇਗਾ। ਸੰਤਾਂ ਮਹਾਂਪੁਰਖ ਸੰਗਤ ਕਰਾਂਗੇ, ਸਾਡਾ ਜੀਵਨ ਬਦਲੇਗਾ। ਸਾਡੀ ਰਹਿਣੀ ਸਹਿਣੀ, ਉੱਠਣੀ ਬਹਿਣੀ ਹੈ ਨਾ, ਖਾਣਾ ਪੀਣਾ ਸਭ ਬਦਲੇਗਾ। ਪਰ ਅਸੀਂ ਸਿਰਫ ਇੱਕ ਕਹਿੰਦੇ, ਗੁਰੂ ਤੋਂ ਨਾਮ ਦਾ ਲੈ ਲਿਆ, ਬਸ ਠੀਕ ਹੈ ਜੀ, ਗੁਰੂ ਆਪਣੇ ਘਰ ਆ ਜੀ, ਅਸੀਂ ਆਪਣੇ ਘਰ ਆ ਜੀ। ਗੁਰੂ ਨਾਲ ਪ੍ਰੇਮ ਵਧਾਓ, ਗੁਰੂ ਨੂੰ ਸਮੇਂ ਦਿਓ, ਰੋਜ਼ ਸਿਮਰਨ ਦਾ ਅਭਿਆਸ ਕਰੋ, ਰੋਜ਼ ਬੰਦਗੀ ਕਰੋ, ਰੋਜ਼ ਭਗਤੀ ਕਰੋ। ਇਸ ਸੰਸਾਰ ਵਿੱਚ ਆ ਕੇ ਕਿਹਨੇ ਨਹੀਂ ਦੁੱਖ ਕੱਟਿਆ? ਵੱਡੇ ਵੱਡੇ ਮਹਾਂਪੁਰਸ਼ਾਂ ਨੇ ਦੁੱਖ ਕੱਟਿਆ ਹੈ ਨਾ, ਕਿਹੜਾ ਸੁਖੀ ਸੇਤੇ। ਸਾਨੂੰ ਤਾਂ ਤੁਸੀਂ ਡਟ ਕੇ ਮੁਕਾਬਲਾ ਕਰੋ ਦੁੱਖਾਂ ਦਾ। ਤੁਸੀਂ ਕਹੋ ਦੁੱਖਾਂ ਨੂੰ ਕਿ ਮੇਰਾ ਗੁਰੂ ਮੇਰੇ ਨਾਲ ਆ, ਮੇਰਾ ਪਰਮਾਤਮਾ ਮੇਰੇ ਨਾਲ ਆ, ਮੇਰਾ ਰੱਬ ਮੇਰੇ ਨਾਲ ਆ, ਮੇਰਾ ਗੁਰੂ ਮੇਰੇ ਨਾਲ ਆ। ਦੁੱਖਾਂ ਨੂੰ ਕਿਆ ਕਰੋ। ਪਰ ਅਸੀਂ ਇਹ ਗੱਲਾਂ ਕਹਿਣ ਦੀ ਬਜਾਏ ਅਸੀਂ ਯੰਤਰੀਆਂ 'ਤੇ, ਟੇਵਿਆਂ 'ਤੇ ਭਰੋਸੇ ਰਹੇ ਆ, ਵਿਸ਼ਵਾਸ ਰਿਹਾ, ਮੁੰਦਰੀਆਂ 'ਤੇ, ਨੀਲੇ ਪਲੇ ਪੰਨੇ, ਪੁਰਖ ਰਾਜ ਹੈ ਨਾ, ਇਹਨਾਂ 'ਤੇ ਵਿਸ਼ਵਾਸ ਰਹਿ ਗਿਆ। ਫਿਰ ਤੁਸੀਂ ਕਹਿੰਦੇ ਹੋ ਕਿ ਸੰਤਾਂ ਮਹਾਂਪੁਰਖ ਸਾਨੂੰ ਮਿਲਦੇ ਕਾਹਤੇ ਨਹੀਂ ਹੈਗੇ। ਸੰਤ ਮਹਾਂਪੁਰਖ ਤਾਂ ਹੀ ਭੋਰਾ ਬਣਾ ਕੇ ਬੈਠੇ ਰਹਿੰਦੇ ਆ, ਤਾਂ ਹੀ ਮਿਲਦੇ ਨਹੀਂ ਘੱਟ। ਉਹ ਬਹੁਤ ਮਿਲਦੇ ਘੱਟ। ਕਹਿੰਦੇ ਗੱਲਾਂ ਕਿਉਂ ਨਹੀਂ? ਕਿਉਂਕਿ ਉਹ ਸੰਸਾਰ ਵਿਚਰਦੇ ਆ, ਪ੍ਰੈਕਟੀਕਲ ਅਨੁਭਵ ਆ ਕਿ ਸੰਸਾਰ ਕਦੇ ਕਿਸੇ ਦਾ ਨਹੀਂ ਹੋਇਆ, ਸੰਸਾਰ ਕਦੇ ਕਿਸੇ ਦਾ ਨਹੀਂ ਹੋਇਆ। ਤਾਂ ਹੀ ਇਸ ਕਰਕੇ ਜਿਹੜੇ ਪੂਰਨ ਸੰਤ ਮਹਾਂਪੁਰਸ਼ ਨੇ, ਫਕੀਰ ਹੋਏ ਨੇ, ਆਪਣੀ ਮੌਜ ਦੇ ਵਿੱਚ ਰਹਿੰਦੇ ਨੇ, ਆਪਣੀ ਮਸਤੀ ਦੇ ਵਿੱਚ ਰਹਿੰਦੇ ਨੇ, ਭੋਰੇ ਬਣਾ ਕੇ ਰਹਿੰਦੇ ਨੇ, ਦੁਨੀਆ ਤੋਂ ਅਲੱਗ ਰਹਿੰਦੇ ਨੇ। ਇਸੇ ਕਰਕੇ ਰਹਿੰਦੇ ਆ ਕਿ ਜਿੰਨਾ ਮਰਜ਼ੀ ਦੁਨੀਆ ਨੂੰ ਸਮਝਾਈ ਜਾਓ, ਉਹ ਸਮਝਦੀ ਨਹੀਂ ਹੈਗੀ। ਉਹ ਸਿਰਫ ਆਪਣਾ ਫਾਇਦਾ ਸੋਚਦੀ, ਬਸ ਛੋੜਕਾ ਰਾਸਤੇ, ਬਸ ਭਗਤੀ ਨਾ ਕਰਨੀ ਪਵੇ, ਬੰਦਗੀ ਨਾ ਕਰਨੀ ਪਵੇ ਹੈ ਨਾ, ਗੁਰੂ ਆਪ ਹੀ ਬਖਸ਼ਿਸ਼ ਕਰੀ ਜਾਏ। ਸਾਨੂੰ
ਕੋਠੀਆਂ ਦੇਈ ਜਾਵੇ, ਕਾਰਾਂ ਦੇਈ ਜਾਵੇ, ਮੁੰਡੇ ਕੁੜੀਆਂ ਦੇ ਵਿਆਹ ਕਰੀ ਜਾਵੇ, ਹੈ ਨਾ। ਗੁਰੂ ਸਭ ਕੁਝ ਕਰੀ ਜਾਵੇ, ਪ੍ਰਮਾਤਮਾ ਸਭ ਕੁਝ ਕਰੀ ਜਾਵੇ, ਸਾਨੂੰ ਨਾ ਕੁਝ ਕਰਨਾ ਪਵੇ, ਹੈ ਨਾ। ਮਾਸਟਰ ਆਪ ਹੀ ਪੜ੍ਹਾਈ ਕਰੀ ਜਾਵੇ, ਹੈ ਨਾ। ਮਾਸਟਰ ਆਪ ਹੀ ਪੇਪਰ ਦੇਈ ਜਾਵੇ ਅਤੇ ਪਾਸ ਅਸੀਂ ਹੋ ਜਾਈਏ। ਡਾਕਟਰ ਆਪ ਹੀ ਦਵਾਈ ਖਾਈ ਜਾਵੇ, ਹੈ ਨਾ, ਖਾ ਲਵੇ, ਆਰਾਮ ਸਾਨੂੰ ਆ ਜਾਵੇ। ਇਹੀ ਲੋਕ ਚਾਹੁੰਦੇ ਹਾਂ, ਤਾਂ ਹੀ ਅਸੀਂ ਲੋਕ ਦੁਖੀ ਹਾਂ। ਗੁਰੂ ਦੀ ਵਡਿਆਈ ਕਰੋ, ਗੁਰੂ ਦਾ ਸਤਿਕਾਰ ਕਰੋ, ਗੁਰੂ ਦੇ ਕਹਿਣ ਅਨੁਸਾਰ ਬੰਦਗੀ ਕਰੋ, ਭਗਤੀ ਕਰੋ। ਗੁਰੂ ਨੇ ਇੱਕੋ ਕੰਮ ਦਿੱਤਾ, ਬੇਟੇ ਸਿਮਰਨ ਕਰੋ, ਸਿਮਰਨ ਕਰੋ, ਸਿਮਰਨ ਕਰੋ। ਤੁਸੀਂ ਕਿਉਂ ਨਹੀਂ ਸਿਮਰਨ ਕਰਦੇ ਪਏ? ਤੁਸੀਂ ਕਿਉਂ ਨਹੀਂ ਬੰਦਗੀ ਕਰਦੇ ਰਹੇ? ਕੀ ਤੁਹਾਨੂੰ ਆਪਣੇ ਗੁਰੂ ਨਾਲ ਪ੍ਰੇਮ ਨਹੀਂ ਹੈਗੇ? ਕੀ ਤੁਹਾਨੂੰ ਆਪਣੇ ਗੁਰੂ 'ਤੇ ਭਰੋਸਾ ਨਹੀਂ ਹੈਗਾ? ਗੁਰੂ ਤਾਂ ਤੁਹਾਨੂੰ ਸਦਾ ਸਦਾ ਦਾ ਸੁੱਖ ਦੇਣਾ ਚਾਹੁੰਦਾ ਆ, ਸਦਾ ਸਦਾ ਦਾ ਆਨੰਦ ਦੇਣਾ ਚਾਹੁੰਦਾ, ਪਰ ਤੁਸੀਂ ਕਿਉਂ ਨਹੀਂ ਲੈਂਦੇ ਪਏ? ਕਿਉਂ ਤੁਸੀਂ ਆਪਣੇ ਮਨ ਦੇ ਘੋੜੇ ਭਜਾਈ ਜਾ ਰਹੇ ਹੋ, ਦਿਮਾਗ ਦੇ ਘੋੜੇ ਭਜਾਈ ਜਾ ਰਹੇ ਹੋ? ਕਦੋਂ ਤੱਕ ਭੱਜਦੇ ਰਹੋਗੇ? ਕਦੇ ਤਾਂ ਰੁਕਣਾ ਪੈਣਾ ਹੀ ਪੈਣਾ, ਕਦੇ ਤਾਂ ਬੰਦਗੀ ਕਰਨੀ ਹੀ ਪੈਣੀ ਹੈ। ਬਹੁਤ ਜਨਮ ਵਿਛੜੇ ਤੇ ਮਾਦੋ, ਜੇ ਜਨਮ ਤੁਮਾਰੇ ਲੇਖੇ, ਲੇਖੇ ਲਗਾ ਦੋ ਜੀਵਨ। ਇਹ ਜੀਵਨ ਬਾਰ-ਬਾਰ ਨਹੀਂ ਮਿਲਦਾ। ਇਹਦਾ ਆਨੰਦ ਲਓ, ਸਮੇਂ ਦਾ ਆਨੰਦ ਲਓ, ਅੱਜ ਦਾ ਆਨੰਦ ਲਓ, ਕੱਲ੍ਹ ਦੀ ਚਿੰਤਾ ਨਾ ਕਰੋ। ਜੋ ਬੀਤ ਗਿਆ ਉਹ ਤੋਂ ਸਿੱਖੋ ਕੁਛ। ਜੋ ਸਮੇਂ ਚੱਲਦਾ ਹੋਇਆ ਪ੍ਰੈਜ਼ੈਂਟ ਆ, ਇਹਦਾ ਆਨੰਦ ਲਵੋ, ਕੱਲ੍ਹ ਦੀ ਚਿੰਤਾ ਨਾ ਕਰੋ। ਦਾਸ ਸੰਗਤਾਂ ਦੇ ਘਰ ਜਾਂਦਾ ਆ, ਹੈ ਨਾ। ਕਈ ਘਰਾਂ ਜਾਣ ਦਾ ਮੌਕਾ ਮਿਲਦਾ, ਸੰਗਤਾਂ ਨਾਲ ਮਿਲਣ ਦਾ ਮੌਕਾ ਮਿਲਦਾ, ਕਈਆਂ ਦੇ ਵਿਚਾਰ ਵੀ ਹੁੰਦਾ ਆ, ਤਾਂ ਬੜੇ ਮਨ 'ਤੇ ਸੱਟ ਵੱਜਦੀ ਆ। ਕੋਈ ਕਹਿੰਦਾ ਮੈਨੂੰ 50 ਸਾਲ ਹੋ ਗਏ ਗੁਰੂ ਵਾਲੇ ਬਣੇ ਹੋਏ, ਕੋਈ ਕਹਿੰਦਾ 30 ਸਾਲ ਹੋ ਗਏ, ਸਾਡੀ ਗੱਲ ਨਹੀਂ ਬਣੀ। ਗੱਲ ਕਿੱਦਾਂ ਬਣੇਗੀ? ਕਿਉਂਕਿ ਅਸੀਂ ਗੁਰੂ ਦਾ ਕਹਿਣਾ ਹੀ ਨਹੀਂ ਮੰਨਿਆ, ਗੁਰੂ 'ਤੇ ਭਰੋਸਾ ਹੀ ਨਹੀਂ ਕੀਤਾ, ਗੁਰੂ 'ਤੇ ਵਿਸ਼ਵਾਸ ਹੀ ਨਹੀਂ ਕੀਤਾ। ਠੀਕ ਹੈ ਨਾ। ਤਾਂ ਹੀ ਤਾਂ ਗੁਰੂ ਮਹਾਰਾਜ ਕੀ ਕਹਿੰਦੇ ਨੇ? ਸਾਹਿਬ ਸਭ ਦਾ ਇੱਕ ਹੈ, ਸਾਹਿਬ ਸਭ ਦਾ ਇੱਕ ਹੈ, ਸਾਹਿਬ ਦਾ ਕੋਈ ਇੱਕ। ਸਾਹਿਬ ਸਭ ਦਾ ਇੱਕ ਹੈ, ਸਾਹਿਬ ਦਾ ਕੋਈ ਇੱਕ। ਲੱਖਾਂ ਵਿੱਚੋਂ ਕੋਈ ਨਹੀਂ, ਲੱਖਾਂ ਵਿੱਚੋਂ ਕੋਈ ਨਹੀਂ, ਕਰੋੜਾਂ ਵਿੱਚੋਂ ਕੋਈ ਇੱਕ, ਕਰੋੜਾਂ ਵਿੱਚੋਂ ਕੋਈ ਇੱਕ। ਇਸੇ ਤਰ੍ਹਾਂ ਕੋਈ ਗੁਰਮੁਖ ਪਿਆਰਾ ਬੰਦਾ ਹੁੰਦਾ, ਕਰੋੜਾਂ 'ਚ ਕੋਈ ਇੱਕ ਅੱਧਾ ਹੁੰਦਾ ਹੈ, ਜਿਹੜਾ ਆਪਣੇ ਗੁਰੂ ਦੀ ਹੁਕਮ ਦੀ ਪਾਲਣਾ ਕਰਦਾ, ਗੁਰੂ ਦਾ ਕਹਿਣਾ ਮੰਨਦਾ, ਗੁਰੂ ਦੇ ਹੁਕਮ ਅਨੁਸਾਰ ਰੋਜ਼ ਬੰਦਗੀ ਕਰਦਾ। ਠੀਕ ਹੈ ਨਾ। ਉਹ ਕੋਈ ਕਰੋੜਾਂ 'ਚ ਕੋਈ ਇੱਕ ਅੱਧਾ ਹੀ ਹੁੰਦਾ। ਕਰੋੜਾਂ 'ਚ ਇੱਕ ਹੀ ਇਨਸਾਨ, ਉਹ ਪਰਮਾਤਮਾ, ਉਹ ਸੱਚਖੰਡ ਵਿੱਚ ਪਹੁੰਚਦਾ। ਬਾਕੀ ਤਾਂ ਸਾਰੇ ਮਰੀ ਜਾਂਦੇ, ਜੰਮੀ ਜਾਂਦੇ, ਮਰੀ ਜਾਂਦੇ, ਜੰਮੀ ਜਾਂਦੇ, ਬਸ। ਕਦੇ ਇਸ ਜੁਨੀ, ਕਦੇ ਉਸ ਜੁਨੀ, ਕਦੇ ਇਸ ਜੁਨੀ, ਕਦੇ ਇਸ। ਕੋਈ ਕਰੋੜਾਂ 'ਚ ਕੋਈ ਇੱਕ ਅੱਧਾ ਹੀ ਕੋਈ ਸੱਚਖੰਡ ਉਸ ਪ੍ਰਭੂ ਤੱਕ ਪਹੁੰਚਦਾ। ਬਾਕੀ ਸਭ ਇੱਥੇ ਹੀ ਲੜਾਈ ਝਗੜੇ, ਛੋਟਾ ਵੱਡਾ, ਗਰੀਬੀ ਅਮੀਰੀ, ਗਰੀਬੀ, ਉੱਚੀ ਜਾਤ ਛੋਟੀ ਜਾਤ, ਇਹ ਚੱਕਰਾਂ 'ਚ ਪਿਆ ਹੈ। ਜਿਹਨੂੰ ਦਿਖਦਾ, ਜਿਹੜਾ ਦਿਖਦਾ ਪਿਆ, ਉਹਨੂੰ ਪਿਆਰ ਅਸੀਂ ਕਰਦੇ ਨਹੀਂ ਪਏ। ਜਿਹੜਾ ਨਹੀਂ ਦਿਖਦਾ ਅਸੀਂ ਉਸ ਨੂੰ ਪਿਆਰ ਕਰਦੇ ਪਏ। ਜਿਹੜਾ ਸਾਹਮਣੇ ਹੈਗਾ ਅਸੀਂ ਉਹਦੀ ਕਦਰ ਨਹੀਂ ਕਰਦੇ ਪਏ। ਜਿਹੜਾ ਦੁਨੀਆ 'ਚ ਹੈ ਨਹੀਂ ਅਸੀਂ ਉਹਦੀ ਕਦਰ ਕਰਦੇ ਪਏ। ਠੀਕ ਹੈ ਨਾ। ਜਿਹੜਾ ਸਾਹਮਣੇ ਹੈਗਾ ਉਹਦੀ ਅਸੀਂ ਕਦਰ ਨਹੀਂ ਕਰਦੇ ਪਏ। ਜਿਹੜਾ ਨਹੀਂ ਹੈਗਾ ਅਸੀਂ ਉਹਦੀ ਕਦਰ ਕਰਦੇ ਪਏ। ਜਿਹੜਾ ਦਿਖਦਾ ਹੈਗਾ ਉਹਨੂੰ ਅਸੀਂ ਮੰਨਦੇ ਨਹੀਂ ਹੈਗੇ, ਜਿਹੜਾ ਨਹੀਂ ਦਿਖਦਾ ਅਸੀਂ ਉਹਨੂੰ ਮੰਨਦੇ ਪਏ ਹਾਂ। ਅਤੇ ਕਿਸ ਤਰ੍ਹਾਂ ਸਾਨੂੰ ਸੱਚ ਦਾ ਪਤਾ ਲੱਗੇਗਾ? ਕਿਸ ਤਰ੍ਹਾਂ ਅਸੀਂ ਮੰਜ਼ਿਲ ਤੱਕ ਆਪਣੇ ਪਹੁੰਚੀ ਜਾਵਾਂਗੇ? ਦਾਸ ਦੇਖੋ, ਅਸੀਂ ਨਹੀਂ ਕਦੇ ਮੁੰਦੀਆਂ ਨਹੀਂ ਪਾਈਆਂ, ਕਦੇ ਹੈ ਨਾ, ਕਦੇ ਕੋਈ ਵੀਰਵਾਰ, ਸ਼ਨੀਵਾਰ, ਮੰਗਲਵਾਰ, ਕਦੇ ਚੱਕਰਾਂ 'ਚ ਨਹੀਂ ਪਏ, ਹੈ ਨਾ। ਗੁਰੂ 'ਤੇ ਭਰੋਸਾ ਚਾਹੀਦਾ ਸਾਨੂੰ। ਇੰਨਾ ਪਤਾ ਸਾਡੇ ਮੁਰਸ਼ਦ ਦਾ, ਸਾਡੇ ਗੁਰੂ ਦਾ ਸਾਡੇ ਸਿਰ 'ਤੇ ਹੱਥ ਆ ਨਾ, ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ। ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ। ਜਦ ਤੱਕ ਸਾਡੇ ਗੁਰੂ ਦਾ ਹੱਥ, ਮੇਰੇ ਗੁਰੂ ਦਾ ਮੇਰੇ ਸਿਰ 'ਤੇ ਹੱਥ ਹੈਗਾ ਨਾ, ਠਾਕੁਰ ਸਿੰਘ ਮਹਾਰਾਜ ਦਾ, ਤਦ ਤੱਕ ਕਿਸੇ ਗੱਲ ਦੀ ਚਿੰਤਾ ਨਹੀਂ ਹੈਗੀ, ਕਿਸੇ ਗੱਲ ਦੀ ਪਰਵਾਹ ਨਹੀਂ ਹੈਗੀ। ਹਾਂ, ਜਦੋਂ ਮੇਰੇ ਗੁਰੂ ਦਾ ਸਿਰ 'ਤੇ ਹੱਥ ਚੱਕਿਆ ਗਿਆ ਜਾਂ ਨਹੀਂ ਹੈਗਾ, ਫਿਰ ਕੁਛ ਵੀ ਹੋ ਸਕਦਾ। ਮੈਨੂੰ ਪੂਰਾ ਵਿਸ਼ਵਾਸ ਆਪਣੇ ਗੁਰੂ 'ਤੇ। ਜਦ ਤੱਕ ਮੇਰੇ ਗੁਰੂ ਦਾ ਮੇਰੇ ਸਿਰ 'ਤੇ ਹੱਥ ਆ, ਤਾਂ ਮੇਰਾ ਬਾਲ ਵੀ ਕੋਈ ਵਿੰਗਾ ਨਹੀਂ ਕਰ ਸਕਦਾ, ਮੈਨੂੰ ਕੋਈ ਦੁੱਖ ਵੀ ਤੰਗ ਨਹੀਂ, ਪਰੇਸ਼ਾਨ ਨਹੀਂ ਕਰ ਸਕਦਾ। ਅੱਜ ਮੈਂ ਬਾਦਸ਼ਾਹ ਹਾਂ, ਮੇਰੇ ਗੁਰੂ ਦੀ ਕਿਰਪਾ ਨਾਲ ਆ, ਹੈ ਨਾ, ਗੁਰੂ ਦੀ ਬਖਸ਼ਿਸ਼ ਨਾਲ ਆ। ਗੁਰੂ 'ਤੇ ਅਸੀਂ ਭਰੋਸਾ ਰੱਖਿਆ, ਆਪਣੇ ਗੁਰੂ 'ਤੇ ਵਿਸ਼ਵਾਸ ਰੱਖਿਆ। ਮੇਰੇ ਗੁਰੂਦੇਵ ਸੰਤ ਠਾਕੁਰ ਸਿੰਘ ਮਹਾਰਾਜ ਜੀ
ਹਮੇਸ਼ਾ ਇੱਕੋ ਗੱਲ ਕਹਿੰਦੀ, ਬੇਟੇ ਸਿਮਰਨ ਕਰੋ, ਸਿਮਰਨ ਕਰੋ, ਸਿਮਰਨ ਕਰੋ, ਹੈ ਨਾ। ਅਸੀਂ ਨਹੀਂ ਕਦੇ ਸਵਾਲ ਕੀਤਾ ਆਪਣੇ ਗੁਰੂ ਦੇ ਕੋਲ। ਜਦੋਂ ਵੀ ਗੱਲ ਕਰਨ ਦਾ ਕਦੇ ਮੌਕਾ ਮਿਲਿਆ ਗੁਰੂ ਦੇ ਨਾਲ, ਤਾਂ ਹਮੇਸ਼ਾ ਸਿਮਰਨ ਦੀ ਗੱਲ ਕੀਤੀ, ਬੰਦਗੀ ਦੀ ਗੱਲ ਕੀਤੀ ਆ ਕਿ ਗੁਰੂਦੇਵ ਸਿਮਰਨ ਨਹੀਂ ਹੁੰਦਾ, ਗੁਰੂਦੇਵ ਸਾਡੀ ਬੰਦਗੀ ਦੇ ਵਿੱਚ ਤਰੱਕੀ ਨਹੀਂ ਹੋ ਰਹੀ, ਤੁਸੀਂ ਕਿਰਪਾ ਕਰੋ, ਤੁਸੀਂ ਬਖਸ਼ਿਸ਼ ਕਰੋ, ਹੈ ਨਾ। ਗੁਰੂ ਦੇ ਕੋਲ ਇਹ ਚੀਜ਼ਾਂ ਮੰਗਿਆ ਕਰੋ, ਹਮੇਸ਼ਾ ਇਹੀ ਚੀਜ਼ ਮੰਗੀ। ਅੱਜ ਗੁਰੂ ਦੀ ਕਿਰਪਾ ਨਾਲ ਗੁਰੂ ਨੇ ਬਾਦਸ਼ਾਹ ਬਣਾ ਦਿੱਤਾ। ਗੁਰੂ ਨੇ ਇੱਕੋ ਕੰਮ ਦਿੱਤਾ, ਸਿਮਰਨ ਕਰੋ, ਸਿਮਰਨ ਕਰੋ। ਆਪੇ ਡਿਊਟੀ ਸਮਝ ਗਏ, ਅਸੀਂ ਵੀ ਸਿਮਰਨ ਕਰੀ ਜਾ ਰਹੇ, ਜਿੰਨਾ ਕੁ ਹੁੰਦਾ ਕਰੀ ਜਾ ਰਹੇ, ਵੱਧ ਤੋਂ ਵੱਧ, ਹੈ ਨਾ, ਕਿ ਸਾਡਾ ਗੁਰੂ ਨਾਰਾਜ਼ ਨਾ ਹੋਵੇ ਸਾਡੇ ਤੋਂ। ਸਾਨੂੰ ਡਰ ਹੈ, ਸਾਨੂੰ ਡਰ ਲੱਗਦਾ ਆ ਕਿ ਮੇਰਾ ਗੁਰੂ ਮੇਰੇ ਤੋਂ ਨਾਰਾਜ਼ ਨਾ ਹੋ ਜਾਵੇ, ਹੈ ਨਾ, ਮੇਰੇ ਤੋਂ ਮੁੱਖ ਨਾ ਮੋੜ ਲਵੇ, ਹੈ ਨਾ। ਅਤੇ ਇਸ ਲਈ ਆਪ ਜਿਹਨੂੰ ਇਸ ਗੱਲ ਦਾ ਡਰ ਹੈ ਉਹ ਜ਼ਰੂਰ ਬੰਦਗੀ ਕਰੇਗਾ, ਹੈ ਨਾ। ਜਿਹਨੂੰ ਇਹ ਡਰ ਹੈ ਕਿ ਮੇਰਾ ਗੁਰੂ ਮੇਰੇ ਤੋਂ ਨਾਰਾਜ਼ ਨਾ ਹੋ ਜਾਵੇ, ਉਹ ਜ਼ਰੂਰ ਬੰਦਗੀ ਕਰੇਗਾ। ਜਿਸ ਨੂੰ ਡਰ ਹੈ ਨਾ ਕਿ ਮੇਰਾ ਗੁਰੂ ਮੇਰੇ ਤੋਂ ਮੁੱਖ ਨਾ ਮੋੜ ਲਵੇ, ਉਹ ਜ਼ਰੂਰ ਭਗਤੀ ਕਰੇਗਾ। ਕੀ ਤੁਹਾਨੂੰ ਡਰ ਨਹੀਂ ਹੈ? ਕਿਉਂ ਨਹੀਂ ਫਿਰ ਤੁਸੀਂ ਭਗਤੀ ਕਰਦੇ ਪਏ? ਕਿਉਂ ਨਹੀਂ ਬੰਦਗੀ ਕਰਦੇ ਪਏ? ਕਿਤੇ ਆਉਣਾ ਨਹੀਂ, ਕਿਤੇ ਜਾਣਾ ਨਹੀਂ ਹੈਗਾ। ਆਪਣੇ ਘਰ ਵਿੱਚ ਬੈਠ ਕੇ ਸਿਮਰਨ ਕਰਨਾ, ਘਰ 'ਚ ਬੈਠ ਕੇ ਬੰਦਗੀ ਕਰਨੀ ਹੈ ਨਾ। ਘਰ ਵਿੱਚ ਚੌਂਕੜੀ ਮਾਰ ਕੇ ਬੈਠ ਜਾਓ, ਇਕਾਗਰ ਹੋ ਕੇ ਬੈਠ ਜਾਓ, ਬਾਹਰੋਂ ਧਿਆਨ ਹਟਾ ਕੇ ਅੰਤਰ ਵਿੱਚ ਜੋੜ ਲਓ, ਹੈ ਨਾ। ਕਿਤੇ ਜਾਣ ਦੀ ਲੋੜ ਨਹੀਂ ਹੈਗੀ, ਪੈਸਾ ਖਰਚਣ ਦੀ ਲੋੜ ਨਹੀਂ ਹੈਗੀ, ਫ੍ਰੀ ਦਾ ਸੌਦਾ ਹੈਗਾ। ਗੁਰੂ ਨੇ ਇੰਨੀ ਸਾਨੀ ਬਖਸ਼ਿਸ਼ ਕੀਤੀ ਆ, ਗੁਰੂ ਨੇ ਕੋਈ ਇਮਤਿਹਾਨ ਨਹੀਂ ਦਿੱਤਾ, ਆ ਜਾਓ ਵੀ ਨਾਮਦਾਨ ਲਓ, ਆਪਣੇ ਘਰ ਬੈਠ ਕੇ ਸਿਮਰਨ ਕਰੋ, ਹੈ ਨਾ। ਫਿਰ ਵੀ ਤੁਸੀਂ ਸਿਮਰਨ ਨਹੀਂ ਕਰਦੇ, ਹੈ ਨਾ, ਫਿਰ ਵੀ ਤੁਸੀਂ ਗੁਰੂ 'ਤੇ ਵਿਸ਼ਵਾਸ ਨਹੀਂ ਕਰਦੇ, ਕਿੱਦਾਂ ਤੁਹਾਡੀ ਗੱਲ ਬਣੇਗੀ? ਜਦ ਤੱਕ ਤੁਹਾਨੂੰ ਵਿਸ਼ਵਾਸ ਨਹੀਂ ਹੈਗਾ, ਤੁਹਾਨੂੰ ਭਰੋਸਾ ਨਹੀਂ ਹੈਗਾ, ਤੁਸੀਂ ਕਿਸ ਤਰ੍ਹਾਂ ਆਪਣੇ ਗੁਰੂ ਨੂੰ ਪਹਿਚਾਨੋਗੇ? ਗੁਰੂ ਨੂੰ ਪਹਿਚਾਨੋਗੇ ਤਾਂ ਹੀ ਤਾਂ ਤੁਸੀਂ ਪ੍ਰਮਾਤਮਾ ਨੂੰ ਪਹਿਚਾਨੋਗੇ, ਰੱਬ ਨੂੰ ਦੇਖੋਗੇ। ਗੁਰੂ ਨੂੰ ਪਹਿਚਾਨਿਆ ਨਹੀਂ ਹੈਗਾ, ਗੁਰੂ ਨੂੰ ਦੇਖਿਆ ਨਹੀਂ ਹੈਗਾ, ਪ੍ਰਮਾਤਮਾ ਨੂੰ ਕਿੱਦਾਂ ਦੇਖ ਲਵੋਗੇ? ਗੁਰੂ ਮਹਾਰਾਜ ਹਮੇਸ਼ਾ ਕਹਿੰਦੇ ਕਿ ਬੇਟੇ ਮੇਰੇ ਸਰੀਰ ਨਾਲ ਪਿਆਰ ਨਾ ਕਰੋ, ਮੇਰੀ ਇਸ ਦੇਹ ਨਾਲ ਪਿਆਰ ਨਾ ਕਰੋ, ਆਪਣੇ ਅੰਦਰ ਸਿਮਰਨ ਕਰੋ। ਮੈਂ ਅੰਦਰ ਤੁਹਾਡੇ ਬੈਠਾ, ਇੱਥੇ ਮੇਰੇ ਨਾਲ ਗੱਲ ਕਰੋ ਆ ਕੇ। ਬਾਹਰ ਲੜਾਈ ਝਗੜੇ ਨੇ, ਅੰਦਰ ਕੋਈ ਲੜਾਈ ਝਗੜਾ ਨਹੀਂ ਹੈਗਾ। ਤੁਸੀਂ ਇੱਥੇ ਆ ਜਾਓ, ਇੱਥੇ ਆ ਜਾਓ, ਠੀਕ ਹੈ ਨਾ। ਆਪਣੇ ਗੁਰੂ 'ਤੇ ਭਰੋਸਾ ਰੱਖੋ, ਗੁਰੂ 'ਤੇ ਵਿਸ਼ਵਾਸ ਰੱਖ ਕੇ ਰੋਜ਼ ਸਿਮਰਨ। ਕਿਸੇ ਅੰਧ ਵਿਸ਼ਵਾਸ ਪੈਣ ਦੀ ਲੋੜ ਨਹੀਂ ਹੈਗੀ, ਵਹਿਮਾਂ ਭਰਮਾਂ ਵਿੱਚ ਪੈਣ ਦੀ ਲੋੜ ਨਹੀਂ ਹੈਗੀ। ਜੇ ਇਸ ਬਾਹਰਲੇ ਕਰਮ ਕਾਂਡ ਕਰਨ ਨਾਲ, ਇਹਨਾਂ ਟੇਵੇ ਜੰਤੀਆਂ ਨਾਲ ਅਗਰ ਜੀਵਨ ਬਦਲਦਾ ਹੁੰਦਾ ਤਾਂ ਅੱਜ ਸਾਰਾ ਸੰਸਾਰ ਬਦਲ ਜਾਣਾ ਸੀ। ਇੰਨੇ ਦੁੱਖ ਨਾ ਹੁੰਦੇ। ਮਰੇ ਤੋਂ ਮਰਿਆ ਇਨਸਾਨ ਵੀ, ਗਰੀਬ ਤੋਂ ਗਰੀਬ ਇਨਸਾਨ ਵੀ, ਛੋਟੇ ਤੋਂ ਛੋਟਾ ਇਨਸਾਨ ਵੀ, ਉਹ ਚਾਹੁੰਦਾ ਮੈਂ ਸੁਖੀ ਹੋ ਜਾਵਾਂ। ਜਿੱਥੋਂ ਮਰਜ਼ੀ ਕਰਜ਼ਾ ਚੱਕ ਵੀ ਉਹ ਤਰ੍ਹਾਂ ਤਰ੍ਹਾਂ ਉਪਾਏ ਕਰਦਾ, ਪਰ ਫਿਰ ਵੀ ਉਹਨੂੰ ਸੁੱਖ ਨਹੀਂ ਮਿਲਦਾ, ਕਿਉਂਕਿ ਇਹ ਸੰਸਾਰ ਸੁੱਖ ਹੈ ਹੀ ਨਹੀਂ ਹੈਗਾ। ਸੁੱਖ ਕਿੱਥੇ ਆ? ਸਿਰਫ ਪਰਮਾਤਮਾ ਦੇ ਨਾਮ ਦੇ ਵਿੱਚ, ਉਹਦੀ ਬੰਦਗੀ ਦੇ ਵਿੱਚ ਆ। ਫਿਰ ਵੀ ਅਸੀਂ ਨਹੀਂ ਕਰਦੇ ਪਏ, ਫਿਰ ਵੀ ਅਸੀਂ ਨਹੀਂ ਭਗਤੀ ਕਰਦੇ ਪਏ। ਕਿਉਂ ਨਹੀਂ ਕਰਦੇ ਪਏ? ਅੰਧ ਵਿਸ਼ਵਾਸ ਨਾ ਪਾਓ, ਕਿਸੇ ਵਹਿਮਾਂ ਭਰਮਾਂ 'ਚ ਨਾ ਪਾਓ। ਕੋਈ ਕਰਮ ਕਾਂਡ ਕਰਨ ਦੀ ਲੋੜ ਨਹੀਂ। ਆਪਣੇ ਗੁਰੂ 'ਤੇ ਭਰੋਸਾ ਰੱਖੋ, ਗੁਰੂ 'ਤੇ ਵਿਸ਼ਵਾਸ ਰੱਖੋ। ਗੁਰੂ ਨੇ ਇੱਕੋ ਕੰਮ ਦਿੱਤਾ ਕਿ ਬੇਟੇ ਸਿਮਰਨ ਕਰੋ, ਸਿਮਰਨ ਕਰੋ, ਸਿਮਰਨ ਕਰੋ। ਆਪੇ ਡਿਊਟੀ ਸਮਝ ਕੇ ਰੋਜ਼ ਭਜਨ ਸਿੰਘ ਦਾ ਅਭਿਆਸ ਕਰਦੇ ਰਿਹਾ ਕਰੋ। ਕੋਈ ਛੁੱਟੀ ਨਹੀਂ ਕਰਨੀ, ਕੋਈ ਨਾਗਾ ਨਹੀਂ ਕਰਨਾ। ਫਿਰ ਇੱਕ ਨਾ ਇੱਕ ਦਿਨ ਤੁਹਾਡੀ ਗੱਲ ਬਣ ਜਾਵੇਗੀ। ਰੋਜ਼ ਕਰੋਗੇ ਤਾਂ ਇੱਕ ਨਾ ਇੱਕ ਦਿਨ ਗੱਲ ਜ਼ਰੂਰ ਬਣੂਗੀ। ਇੱਕ ਦਿਨ ਕਰ ਲਿਆ, 2 ਦਿਨ ਨਹੀਂ ਕੀਤਾ ਤਾਂ ਇਸ ਤਰ੍ਹਾਂ ਤੁਹਾਡੀ ਗੱਲ ਨਹੀਂ ਬਣਨ ਵਾਲੀ, ਠੀਕ ਹੈ ਨਾ। ਅਤੇ ਇਸ ਕਰਕੇ ਰੋਜ਼ ਸਿਮਰਨ ਕਰਨਾ, ਰੋਜ਼ ਬੰਦਗੀ ਕਰਨੀ ਹੈ। ਸਾਰੇ ਦੁੱਖਾਂ ਦੀ ਦਵਾਈ ਸਿਮਰਨ ਹੈ, ਬੰਦਗੀ ਹੈ, ਭਗਤੀ ਹੈ। ਸਰਵ ਰੋਗਾਂ ਦਾ ਔਖਦ ਨਾਮ, ਠੀਕ ਆ। ਜਿੰਨੇ ਵੀ ਗੁਰੂ ਮਹਾਰਾਜ ਸੰਤ ਮਹਾਂਪੁਰਸ਼ ਆਏ, ਸਾਰਿਆਂ ਨੇ ਇੱਕੋ ਗੱਲ ਕੀਤੀ, ਨਾਮ ਦੀ ਗੱਲ ਕੀਤੀ ਹੈ। ਸਾਰੇ ਦੁੱਖਾਂ ਦੀ ਇੱਕੋ ਦਵਾਈ ਦਿੱਤੀ, ਨਾਮ ਸਿਮਰਨ, ਹੈ ਨਾ। ਆਪਾਂ ਨੂੰ ਆਪਣੀ ਡਿਊਟੀ ਸਮਝ ਕੇ ਰੋਜ਼ ਸਿਮਰਨ ਕਰਦੇ ਰਹਿਣਾ ਚਾਹੀਦਾ। ਫਿਰ ਗੁਰੂ 'ਤੇ ਛੱਡ ਦਿਓ ਸਭ ਕੁਛ, ਗੁਰੂ ਆਪ ਹੀ ਦੇਖੇ, ਠੀਕ ਹੈ ਨਾ। ਗੁਰੂ 'ਤੇ ਵਿਸ਼ਵਾਸ ਰੱਖੋ, ਗੁਰੂ 'ਤੇ ਭਰੋਸਾ ਰੱਖੋ, ਗੁਰੂ ਆਪ ਹੀ ਦੇਖੇਗਾ ਜੋ ਕਰਨਾ। ਬਸ ਤੁਸੀਂ ਇੱਕ ਕੰਮ ਦਿੱਤਾ ਗੁਰੂ ਨੇ, ਤੁਸੀਂ ਇੱਕ ਸਿਮਰਨ ਕਰੋ, ਬਸ ਗੁਰੂ ਤੁਹਾਡਾ 1000 ਕੰਮ ਕਰੇਗਾ। ਇਹੋ ਜਿਹਾ ਸੱਚਾ ਸੌਦਾ ਤੁਹਾਨੂੰ ਕਿਤੇ ਨਹੀਂ ਮਿਲਣਾ। ਬਿਨ ਬੋਲਿਆਂ ਸਭ ਕੁਛ ਜਾਣਦਾ, ਹੈ। ਉਹ ਜਿਹੜਾ ਦੇਣਾ ਜਾਣਦਾ, ਉਹ ਦਿਲ ਦੀਆਂ ਜਾਣਦਾ। ਜਿਹੜਾ ਦਿਲ ਦੀਆਂ ਜਾਣਦਾ, ਉਹ ਦੇਣਾ ਜਾਣਦਾ, ਹੈ ਨਾ। ਆਪਣੇ ਗੁਰੂ 'ਤੇ ਸਭ ਕੁਛ ਛੱਡ ਦਿਓ ਆਪਣਾ, ਬਸ ਤੁਸੀਂ ਸਿਮਰਨ ਕਰੋ।
ਰੋਜ਼ ਡਿਊਟੀ ਪੱਕੀ ਕਰੋ। ਜਦ ਤੋਂ ਤੁਹਾਡੇ ਅੰਤਰ ਵਿੱਚ ਬਦਲਾਅ ਆਵੇਗਾ, ਤੁਹਾਡੇ ਆਪਣੇ ਆਪ ਦੇ ਵਿੱਚ ਬਦਲਾਅ ਆਵੇਗਾ, ਫਿਰ ਬਾਹਰਲਾ ਬੰਦਾ ਆਪਣੇ ਆਪ ਬਦਲ ਜਾਵੇਗਾ। ਜੋ ਤੁਹਾਨੂੰ ਅੰਦਰ ਸੁੱਖ ਮਿਲ ਜਾਏਗਾ, ਬਾਹਰ ਆਪਣੀ ਸੁੱਖ ਮਿਲ ਜਾਏਗਾ। ਜੇ ਤੁਹਾਨੂੰ ਅੰਦਰ ਆਨੰਦ ਮਿਲ ਜਾਏਗਾ ਤਾਂ ਬਾਹਰ ਆਪੇ ਆਨੰਦ ਮਿਲ ਜਾਏਗਾ। ਕਿਸੇ ਨੂੰ ਬਦਲਣ ਤੋਂ ਪਹਿਲਾਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ। ਜੋ ਤੁਸੀਂ ਆਪਣੇ ਆਪ ਨੂੰ ਬਦਲੋਗੇ, ਬਾਹਰ ਵਾਲਾ ਆਪੇ ਬਦਲ ਜਾਵੇਗਾ। ਠੀਕ ਹੈ ਨਾ। ਤੇ ਮੇਰੀ ਆਪ ਦੇ ਚਰਨਾਂ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਐਡੇ ਵੱਡੇ ਮਹਾਂਪੁਰਸ਼ਾਂ ਦੇ ਨਾਲ ਜੁੜੇ ਹੋਏ ਆ, ਹੈ ਨਾ, ਐਡੇ ਵੱਡੇ ਗੁਰੂਆਂ ਦੇ ਨਾਲ ਜੁੜੇ ਹੋਏ ਆ, ਤਾਂ ਕਿਸੇ ਵੀ ਵਹਿਮਾਂ 'ਚ ਪੈਣ ਦੀ ਲੋੜ ਨਹੀਂ ਹੈ, ਕਿਸੇ ਭਰਮਾਂ 'ਚ ਪੈਣ ਦੀ ਲੋੜ ਨਹੀਂ ਹੈਗੀ। ਠੀਕ ਹੈ ਨਾ। ਆਪਣੇ ਗੁਰੂ ਦਾ ਨਿਰਾਦਰ ਨਾ ਕਰੋ, ਹੈ ਨਾ। ਤੁਸੀਂ ਟੇਵੇ ਜੰਤਰੀਆਂ ਲੈ ਕੇ ਜਾਂਦੇ ਹੋ, ਹੈ ਨਾ, ਅਤੇ ਕੀ ਕਹਿੰਦੇ ਹੋ, ਗੁਰੂ ਨੂੰ ਕੀ ਕਹੋਗੇ ਕਿ ਮੇਰਾ ਗੁਰੂ ਐਡਾ ਵੱਡਾ ਗੁਰੂ ਆ, ਮੈਂ ਉਹਦਾ ਸ਼ਾਗਿਰਦ ਹਾਂ, ਉਹਦਾ ਚੇਲਾ ਆ, ਉਹਦਾ ਭਗਤ ਆ, ਅਤੇ ਮੈਂ ਦੁਖੀ ਹਾਂ। ਅਸੀਂ ਆਪਣੇ ਗੁਰੂ ਦਾ ਨਿਰਾਦਰ ਕਰਦੇ ਪਏ ਹਾਂ। ਇਸ ਕਰਕੇ ਵਹਿਮਾਂ 'ਚ ਪੈਣ ਦੀ ਲੋੜ ਨਹੀਂ। ਜਿਹੜਾ ਕੰਮ ਕਰਨਾ ਉਹ ਕਰੋ। ਸਿਮਰਨ 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 ਕਰੋ ਰੋਜ਼, ਸਿਮਰਨ ਕਰੋ ਰੋਜ਼, ਸਿਮਰਨ ਕਰੋ ਰੋਜ਼। ਤਾਂ ਹੀ ਸੰਤ ਮਹਾਂਪੁਰਖ ਫਕੀਰ ਦੁਨੀਆ ਤੋਂ ਦੂਰ ਰਹਿੰਦੇ ਆ, ਦੁਨੀਆ ਤੋਂ ਹਟ ਕੇ ਰਹਿੰਦੇ ਆ, ਹੈ ਨਾ। ਕਿਉਂਕਿ ਦੁਨੀਆ ਕਦੇ ਕਿਸੇ ਦੀ ਮਿੱਤ ਨਹੀਂ ਹੋਈ। ਫਕੀਰ ਸਭ ਦਾ ਹੋ ਜਾਂਦਾ, ਫਕੀਰ ਦਾ ਕੋਈ ਨਹੀਂ ਹੁੰਦਾ। ਫਕੀਰ ਸਭ ਦਾ ਹੋ ਜਾਂਦਾ, ਫਕੀਰ ਦਾ ਨਹੀਂ ਕੋਈ ਹੁੰਦਾ। ਹਰ ਕੋਈ ਨਾਲ ਇਹ ਵੀ ਕਹਿੰਦਾ ਕਿ ਫਕੀਰ ਫਲਾਣੇ ਦਾ ਪੁੱਤ ਬਣੇ, ਮੇਰਾ ਪੁੱਤਰ ਫਕੀਰ ਨਾ ਬਣੇ। ਕਿ ਫਲਾਣੇ ਦਾ ਬੰਦਾ ਪੁੱਤਰ ਫਕੀਰ ਬਣ ਜਾਵੇ, ਮੇਰਾ ਪੁੱਤਰ ਫਕੀਰ ਨਾ ਬਣੇ। ਹਰ ਕੋਈ ਚਾਹੁੰਦਾ ਅੱਜ। ਇਸ ਕਰਕੇ ਜਿਹੜੇ ਫਕੀਰ ਨੇ, ਸੰਤ ਮਾਂ, ਇਹਨਾਂ ਨੂੰ ਪਤਾ ਦੁਨੀਆ ਕਦੇ ਕਿਸੇ ਦੀ ਮਿੱਤ ਨਹੀਂ, ਹੈ ਨਾ। ਇਹ ਕਦੇ ਕਿਸੇ ਦੀ ਨਹੀਂ ਹੋਈ। ਅਤੇ ਇਸ ਕਰਕੇ ਉਹ ਭੋਰੇ ਬਣਾ ਕੇ ਬੈਠੇ ਰਹਿੰਦੇ, ਮਸਤ ਬੈਠੇ ਰਹਿੰਦੇ, ਆਨੰਦ ਲੈਂਦੇ ਆਪਣਾ, ਹੈ ਨਾ। ਦੁਨੀਆ ਤੋਂ ਦੂਰ ਰਹਿੰਦੇ। ਫਿਰ ਅਸੀਂ ਕਹਿੰਦੇ ਗੁਰੂ ਮਹਾਰਾਜ ਸਾਨੂੰ ਮਿਲਦੇ ਕਾਹਤੇ ਨਹੀਂ, ਸੰਤ ਮਹਾਂਪੁਰਖ ਸਾਨੂੰ ਮਿਲਦੇ ਕਾਹਤੇ, ਸਾਡੇ ਨਾਲ ਗੱਲਾਂ ਕਿਉਂ ਨਹੀਂ ਕਰਦੇ। ਫਿਰ ਸਾਲ 'ਚ ਇੱਕ ਵਾਰ ਦਰਸ਼ਨ ਕਿਉਂ ਦਿੰਦੇ ਆ? ਇਸੇ ਕਰਕੇ ਦਿੰਦੇ ਕਿਉਂਕਿ ਅਸੀਂ ਗੁਰੂਆਂ ਦਾ ਕਹਿਣਾ ਨਹੀਂ ਮੰਨਦੇ ਪਏ, ਸੰਤਾਂ ਮਹਾਂਪੁਰਸ਼ਾਂ ਦਾ ਕਹਿਣਾ ਨਹੀਂ ਮੰਨਦੇ ਪਏ। ਬਸ ਸੰਸਾਰ ਦੇ ਰੋਣੇ ਧੋਣੇ ਧੋਈ ਜਾਂਦੇ, ਹਾਏ ਮਰ ਗਿਆ, ਹਾਏ ਮਰ ਗਿਆ, ਹਾਏ ਮਰ ਗਿਆ। ਗੁਰੂ 'ਤੇ ਭਰੋਸਾ ਰੱਖ ਕੇ, ਗੁਰੂ 'ਤੇ ਵਿਸ਼ਵਾਸ ਰੱਖ ਕੇ ਰੋਜ਼ ਸਿਮਰਨ ਕਰੋ, ਰੋਜ਼ ਬੰਦਗੀ ਕਰੋ, ਰੋਜ਼ ਭਗਤੀ ਕਰੋ। ਮੇਰੇ ਗੁਰਦੇਵ ਮਹਾਰਾਜ ਕੋਲੋਂ ਸੰਗਤ ਆਉਂਦੀ ਆ ਤਾਂ ਇੱਕੋ ਗੱਲ ਹੁੰਦਾ, ਸਾਰੇ ਦੁੱਖਾਂ ਦੀ ਤਾਂ ਇੱਕੋ ਦਵਾਈ, ਬਸ ਸਿਮਰਨ। ਗੁਰੂ ਮਹਾਰਾਜ ਇੱਕੋ ਗੱਲ ਕਰਨੀ, ਬੇਟੇ ਸਿਮਰਨ ਕਰੋ, ਸਿਮਰਨ ਕਰੋ, ਸਿਮਰਨ ਕਰੋ। ਹਾਜ਼ਰ ਹਜ਼ੂਰ ਬਲਜੀਤ ਸਿੰਘ ਮਹਾਰਾਜ ਜੀ ਬੈਠੇ ਨੇ, ਗੁਰਦੇਵ ਮਹਾਰਾਜ, ਉਹ ਵੀ ਇੱਕੋ ਗੱਲ ਕਹਿੰਦੇ, ਬੇਟੇ ਸਿਮਰਨ ਕਰੋ, ਸਿਮਰਨ ਕਰੋ। ਮੇਰੇ ਕੋਲ ਰੱਬ ਦੀ ਗੱਲ ਕਰੋ, ਨਾਮ ਦੀ ਗੱਲ ਕਰੋ, ਦੂਜੀ ਗੱਲ ਨਾ ਕਰੋ। ਇਹ ਦੁੱਖ ਸੁੱਖ ਤੁਹਾਡੇ ਕਰਮਾਂ ਦੇ ਨੇ, ਤੁਹਾਨੂੰ ਆਪਣੇ ਆਪ ਹੀ ਕਰਮਾਂ ਅਨੁਸਾਰ ਸੁੱਖ ਦੁੱਖ ਆਪ ਹੀ ਮਿਲ ਹੀ ਜਾਣੇ। ਠੀਕ ਹੈ ਨਾ। ਇਸ ਵਿੱਚ ਗੁਰੂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਗੁਰੂ ਤੁਹਾਨੂੰ ਸਦਾ ਸਦਾ ਸੁੱਖ ਦੇਣਾ ਚਾਹੁੰਦਾ, ਪਰ ਤੁਸੀਂ ਲੈਣਾ ਨਹੀਂ ਚਾਹੁੰਦੇ, ਹੈ ਨਾ। ਤੁਹਾਨੂੰ ਮੰਗਣਾ ਨਾ ਆਵੇ ਤਾਂ ਫਕੀਰ ਕੀ ਕਰੇ। ਜੋ ਤੁਹਾਡੇ ਗੁਰੂ ਦਾ ਨਿਰਾਦਰ ਕਰਦਾ ਜਾਂ ਕੋਈ, ਹੈ ਨਾ, ਕੋਈ ਮਾੜਾ ਚੰਗਾ ਬੋਲਦਾ, ਅਤੇ ਤੁਸੀਂ ਉਹ ਤੋਂ ਸਾਈਡ 'ਤੇ ਹੋ ਜਾਇਆ ਕਰੋ। ਤੁਸੀਂ ਆਪਣਾ ਅੰਤਰ ਵਿੱਚ ਸਿਮਰਨ ਕਰਨਾ ਸ਼ੁਰੂ ਕਰਿਆ ਕਰੋ, है ना। कमेंट आया, और जो हमारे गुरु का निरादर करे, अपमान करे, उसका क्या करें। कुछ नहीं करना। तुसी अपने सिर्फ गुरु ते भरोसा रखना, अपने गुरु ते विश्वास रखो, अपने अंतर ਵਿੱਚ ਸਿਮਰਨ ਤੇ ਰੱਖੋ। ਤੁਹਾਡਾ ਸਿਮਰਨ ਦੇ ਵਿੱਚ ਕਮੀ ਨਹੀਂ ਆਉਣੀ ਚਾਹੀਦੀ। ਸਮੇਂ ਆਊਗਾ, ਸਮੇਂ 'ਤੇ ਕੁਝ ਚੀਜ਼ਾਂ ਸਮੇਂ 'ਤੇ ਛੱਡ ਦੇਣਾ ਚਾਹੀਦਾ, ਕੁਝ ਸਵਾਲ ਸਮੇਂ 'ਤੇ ਛੱਡ ਦੇਣੇ ਚਾਹੀਦੇ। ਠੀਕ ਹੈ ਨਾ। ਸਮੇਂ ਬਹੁਤ ਵੱਡਾ ਬਲਵਾਨ ਆ, ਸਮੇਂ ਬਲਵਾਨ ਆ। ਸਮੇਂ ਆਏ ਤੇ ਉਸ ਨੂੰ ਆਪਣੇ ਆਪ ਜਵਾਬ ਮਿਲ ਜਾਏਗਾ, ਹੈ ਨਾ। ਤੁਸੀਂ ਨਹੀਂ, ਇੱਕ ਬੰਦਾ ਮਾੜਾ ਅਤੇ ਤੁਸੀਂ ਮਾੜਾ ਨਹੀਂ ਬਣਨਾ, ਤੁਸੀਂ ਅੱਛੇ ਬਣੋ। ਠੀਕ ਹੈ ਨਾ। ਤੁਸੀਂ ਆਪਣੇ ਆਪ ਨੂੰ ਨਾ ਉੱਦਾਂ ਦਾ ਬਣਾਓ। ਠੀਕ ਹੈ ਨਾ। ਸ਼ੁਰੂਆਤ ਅਸੀਂ ਕਹਿੰਦੇ ਆਪਣੇ ਆਪ ਤੋਂ ਕਰੋ। ਆਪਣੇ ਨੂੰ ਇਹੋ ਜਿਹਾ ਬਣਾ ਲਓ ਕਿ ਤੁਹਾਨੂੰ ਕੋਈ ਜਿੰਨਾ ਮਰਜ਼ੀ ਕੋਈ ਮਾੜਾ ਚੰਗਾ ਬੋਲੇ, ਤੁਹਾਨੂੰ ਹੈ ਨਾ ਤੁਹਾਡੇ 'ਤੇ ਕੋਈ ਅਸਰ ਨਹੀਂ ਹੋਣਾ ਚਾਹੀਦਾ। ਤੁਸੀਂ ਹਮੇਸ਼ਾ ਖੁਸ਼ ਰਹੋ, ਆਪਣਾ ਸਿਮਰਨ ਕਰ ਦਿਓ, ਆਪਣੇ ਆਪ ਗੁਰੂ 'ਤੇ ਛੱਡ ਦਿਓ ਸਭ ਕੁਛ, ਹੈ ਨਾ। ਜੋ ਕੋਈ ਮਾੜਾ ਚੰਗਾ ਬੋਲਦਾ ਉਹਨੂੰ ਬੋਲਣ ਦਿਓ, ਸਾਈਡ 'ਤੇ ਹੋ ਜਾਓ ਤੋਂ, ਹੈ ਨਾ, ਹੈ ਨਾ। ਆਪਣਾ ਅੰਦਰ ਸਿਮਰਨ ਤੇਜ਼ ਕਰ ਦਿਓ, ਆਪੇ ਗੁਰੂ ਆਪੇ ਤੁਹਾਨੂੰ ਉਹ ਜਵਾਬ ਦੇਵੇਗਾ। ਸਮੇਂ ਆਪਣੇ ਆਪ ਉਸ ਨੂੰ ਜਵਾਬ ਦੇਵੇਗਾ। ਠੀਕ ਹੈ ਨਾ। ਜਿਸ ਤਰ੍ਹਾਂ ਮੈਂ ਕਹਾਣੀ ਸੁਣਾਈ ਸੀ ਕਿ ਉਹ ਰਾਣੀ ਨੇ ਚੋਰ ਦੇ ਕੋਲੋਂ ਸਾਧੂ ਦੇ ਕੱਪੜੇ ਪਾਏ ਸੀ। ਚੋਰ ਨੇ, ਉਹ ਤਾਂ ਲੁੱਟਣ ਆਇਆ ਸੀ, ਚੋਰੀ ਕਰਨ ਆਇਆ ਸੀ ਰਾਜ ਮਹਿਲ ਦੇ ਵਿੱਚ। ਤਾਂ ਰਾਣੀ ਨੇ ਇੱਛਾ ਸੀ, ਉਹਨੂੰ ਇੱਕ ਮਨ ਦੇ ਵਿੱਚ ਸ਼ੌਂਕ ਸੀ ਵੀ ਮੈਂ ਰੱਬ ਨੂੰ ਪਾਉਣਾ ਚਾਹੁੰਦੀ ਹਾਂ ਨਾ,
ਤੇ ਉਸਨੇ ਉਸ ਚੋਰ ਨੂੰ ਗੁਰੂ ਬਣਾ ਲਿਆ। ਉਹਨੂੰ ਤਾਂ ਨਹੀਂ ਪਤਾ ਸੀ ਚੋਰ ਆ, ਪਰ ਉਹ ਸਾਧੂ ਦੇ ਕੱਪੜੇ ਪਾਏ ਸੀ, ਇਸ ਕਰਕੇ ਰਾਣੀ ਨੂੰ ਨਹੀਂ ਪਤਾ ਸੀ, ਹੈ ਨਾ। ਤਾਂ ਪਰ ਉਸਨੇ ਸਾਧੂ ਨੂੰ ਆਪਣਾ ਗੁਰੂ ਬਣਾ ਲਿਆ। ਤੇ ਉਸਨੇ ਕੀ ਕੀਤਾ, ਉਹਦੇ ਗਹਿਣੇ ਸਾਰੇ ਲੈ ਕੇ ਤੇ ਚਲਾ ਗਿਆ, ਉਸ ਨੂੰ ਇੱਕ ਦਰਖਤ ਨਾਲ ਬੰਨ੍ਹ ਕੇ ਚਲਾ ਗਿਆ। ਕਹਿੰਦਾ 1 ਹਫ਼ਤੇ ਬਾਅਦ ਤੈਨੂੰ ਪਰਮਾਤਮਾ ਦੇ ਦਰਸ਼ਨ ਹੋਣਗੇ, 1 ਹਫ਼ਤੇ ਬਾਅਦ ਤੈਨੂੰ ਮੈਂ ਆਪ ਆ ਕੇ ਖੋਲਾਂਗਾ। ਉਸ ਰਾਣੀ ਨੂੰ ਆਪਣੇ ਉਸ ਗੁਰੂ ਤੇ, ਉਸ ਸਾਧੂ ਤੇ ਵਿਸ਼ਵਾਸ ਸੀ, ਭਰੋਸਾ ਸੀ, ਠੀਕ ਹੈ ਨਾ। ਤੇ ਉਹ ਭਰੋਸਾ, ਉਹ ਆਪਣਾ ਸਿਮਰਨ ਤੇਜ਼ ਕਰ ਦਿੱਤਾ। ਉਹਨੂੰ ਰਾਜਾ ਵੀ ਆਇਆ, ਵਜ਼ੀਰ ਵੀ ਆਏ, ਸੈਨਾ ਵੀ ਆਈ, ਕਾਫੀ ਜਣੇ ਸਮਝਾਇਆ, ਪਰ ਉਹ ਨਹੀਂ ਮੰਨੀ, ਕਿਉਂਕਿ ਉਹਨੂੰ ਆਪਣੇ ਗੁਰੂ ਤੇ ਵਿਸ਼ਵਾਸ ਸੀ, ਗੁਰੂ ਤੇ ਭਰੋਸਾ ਸੀ। ਉਹ ਆਪਣਾ ਸਿਮਰਨ ਕਰਦੀ ਰਹੀ। ਤਾਂ ਨਾਰਦ ਮੁਨੀ ਜੀ ਆਏ, ਫਿਰ ਵਿਸ਼ਨੂੰ ਭਗਵਾਨ ਜੀ ਆਏ, ਹੈ ਨਾ। ਉਹਨਾਂ ਨੂੰ ਤੀਜੇ ਦਿਨ ਹੀ ਦਰਸ਼ਨ ਦੇ ਦਿੱਤੇ। ਤੇ ਵਿਸ਼ਨੂੰ ਭਗਵਾਨ ਨੇ ਕਿਹਾ ਕਿ ਮੈਂ ਤੇਰੀ ਭਗਤੀ ਤੋਂ ਬਹੁਤ ਖੁਸ਼ ਹਾਂ, ਤੇ ਤੂੰ ਮੰਗ ਜੋ ਮੰਗਣਾ, ਤੇ ਤੈਨੂੰ ਮੈਂ ਖੋਲ੍ਹ ਦੇਣਾ, ਰੱਸੀ ਤੇਰੀ ਖੋਲ੍ਹ ਦੇਣਾ। ਪਰ ਉਸਨੇ, ਰਾਣੀ ਨੇ ਰੱਸੀ ਖੋਲ੍ਹਣ ਨਹੀਂ ਦਿੱਤੀ ਭਗਵਾਨ ਨੂੰ, ਕਿ ਮੇਰੇ ਗੁਰੂ ਆ ਕੇ ਖੋਲ੍ਹੇ, ਕਿਉਂਕਿ ਗੁਰੂ ਨੇ ਕਿਹਾ ਸੀ 1 ਹਫ਼ਤੇ ਆ ਕੇ ਮੈਂ ਆਪ ਖੋਲੂੰਗਾ ਤੈਨੂੰ ਆ ਕੇ, ਹੈ ਨਾ, ਤੂੰ ਕਿਸੇ ਨੂੰ ਰੱਸੀ ਖੋਲ੍ਹਣ ਨਹੀਂ ਦੇਣੀ। ਉਹ ਕਹਿੰਦੇ ਮੇਰੇ ਗੁਰੂ ਦਾ ਹੁਕਮ ਆ ਕਿ ਰੱਸੀ ਕਿਸੇ ਨੂੰ ਨਹੀਂ ਖੋਲ੍ਹਣ ਦੇਣੀ। ਉਹ ਕਹਿੰਦੇ ਮੈਂ ਖੁਦ ਭਗਵਾਨ ਆ, ਪਰਮਾਤਮਾ ਆ, ਤੇਰੀ ਰੱਸੀ ਖੋਲ੍ਹਣ ਵਾਸਤੇ ਆਇਆ, ਤੈਨੂੰ ਅਸ਼ੀਰਵਾਦ ਦੇਣ ਵਾਸਤੇ ਆ। ਪਰ ਉਸਨੇ ਗੱਲ ਨਹੀਂ ਮੰਨੀ, ਕਿਉਂਕਿ ਉਹਨੇ ਆਪਣੇ ਗੁਰੂ 'ਤੇ ਭਰੋਸਾ ਸੀ। ਕਿਉਂ? ਗੁਰੂ ਨੇ ਕਿਹਾ ਕਿ 1 ਹਫ਼ਤੇ ਬਾਅਦ ਦਰਸ਼ਨ ਹੋਣਗੇ, ਤਾਂ ਉਸ ਨੂੰ ਤੀਜੇ ਦਿਨ ਹੀ ਦਰਸ਼ਨ ਹੋ ਗਏ। ਤਾਂ ਉਸ ਰਾਣੀ ਨੇ ਉਸ ਵਿਸ਼ਨੂੰ ਭਗਵਾਨ ਨੂੰ ਕਿਹਾ, ਪ੍ਰਭੂ ਮੈਨੂੰ ਤਾਂ ਮੇਰੇ ਗੁਰੂ ਨੇ ਕਿਹਾ ਸੀ ਕਿ 1 ਹਫ਼ਤੇ ਬਾਅਦ ਤੈਨੂੰ ਦਰਸ਼ਨ ਹੋਣਗੇ, 1 ਹਫ਼ਤੇ ਬਾਅਦ ਤੈਨੂੰ ਮੈਂ ਖੋਲ੍ਹਣ ਆਵਾਂਗਾ, ਪਰ ਦੇਖੋ ਮੇਰੇ ਗੁਰੂ ਦੀ ਕਿੰਨੀ ਕਿਰਪਾ, ਮੈਨੂੰ ਤੀਸਰੇ ਦਿਨ ਦਰਸ਼ਨ ਹੋ ਗਏ, ਤੁਸੀਂ ਮੈਨੂੰ ਤੀਸਰੇ ਦਿਨ ਦਰਸ਼ਨ ਦੇਣ ਆ ਗਏ, ਠੀਕ ਹੈ ਨਾ। ਤੇ ਵਿਸ਼ਨੂੰ ਭਗਵਾਨ ਨੇ ਬੜਾ ਕਿਹਾ ਕਿ ਉਹ ਚੋਰ ਆ, ਉਹ ਸਾਧੂ ਨਹੀਂ ਹੈਗਾ, ਉਹ ਚੋਰ ਆ ਉਹ। ਪਰ ਉਸ ਰਾਣੀ ਨੇ ਗੱਲ ਨਹੀਂ ਮੰਨੀ, ਕਿਉਂਕਿ ਉਸ ਨੂੰ ਵਿਸ਼ਵਾਸ ਸੀ, ਭਰੋਸਾ ਸੀ, ਠੀਕ ਹੈ। ਇਸੇ ਤਰ੍ਹਾਂ ਸਾਨੂੰ ਵੀ ਆਪਣੇ ਗੁਰੂ 'ਤੇ ਭਰੋਸਾ, ਵਿਸ਼ਵਾਸ ਹੋਣਾ ਚਾਹੀਦਾ, ਠੀਕ ਹੈ ਨਾ। ਕੋਈ ਮਾੜਾ ਚੰਗਾ ਬੋਲਦਾ, ਬੋਲਣ ਦਿਓ, ਤੁਸੀਂ ਸਾਈਡ 'ਤੇ ਹੋ ਜਾਓ, ਤੁਸੀਂ ਨਹੀਂ, ਉਹ ਮਾੜਾ ਹੈ, ਤੁਸੀਂ ਨਾ ਮਾੜੇ ਬਣੋ, ਹਾਂ, ਠੀਕ ਹੈ ਨਾ। ਅਗਲਾ ਗਲਤ ਕਰਦਾ, ਤੁਸੀਂ ਨਾ ਗਲਤ ਕਰੋ, ਤੁਸੀਂ ਅੱਛੇ ਬਣੋ। ਜੇ ਅਸੀਂ ਵੀ, ਉਹ ਮਾੜਾ ਕਰਦਾ ਅਸੀਂ ਵੀ ਮਾੜਾ ਕਰਾਂਗੇ, ਜੇ ਉਹ ਗਲਤ ਕਰਦਾ ਅਸੀਂ ਵੀ ਗਲਤ ਕਰਾਂਗੇ, ਤੇ ਸਾਡੇ ਉਹਨਾਂ ਵਿੱਚ ਕੀ ਫਰਕ ਰਹਿ ਗਿਆ, ਠੀਕ ਹੈ ਨਾ। ਸਾਡੇ ਉਹਨਾਂ ਵਿੱਚ ਕੀ ਫਰਕ ਰਹਿ ਗਿਆ। ਤੇ ਇਸ ਕਰਕੇ ਆਪਾਂ ਆਪਣੇ ਆਪ ਨੂੰ ਨਾਮ ਦੇ ਨਾਲ ਜੋੜਨਾ, ਸਿਮਰਨ ਦੇ ਨਾਲ, ਬੰਦਗੀ ਦੇ ਨਾਲ ਜੋੜਨਾ, ਸਮੇਂ ਉਹਨੂੰ ਆਪਣੇ ਆਪ ਹੀ ਜਵਾਬ ਦੇਵੇਗਾ, ਠੀਕ ਹੈ ਨਾ। ਇੱਕ ਦੂਸਰੀ ਕਹਾਣੀ ਇੱਕ ਹੋਰ ਹੈ ਕ੍ਰਿਸ਼ਨ ਭਗਵਾਨ ਦੀ। ਜਦੋਂ ਕ੍ਰਿਸ਼ਨ ਭਗਵਾਨ ਜੀ, ਮੈਂ ਪਹਿਲਾਂ ਵੀ ਕਈ ਵਾਰ ਕਹਾਣੀ ਸੁਣਾਈ ਆ, ਕ੍ਰਿਸ਼ਨ ਭਗਵਾਨ ਜੀ ਜਦੋਂ ਰੋਟੀ ਖਾਣ ਲੱਗੇ, ਦ੍ਰੋਪਦੀ ਨੇ ਰੋਟੀ ਪਾ ਕੇ ਦਿੱਤੀ, ਤਾਂ ਉਹ ਰੋਟੀ ਜਦੋਂ ਇੱਕ ਬੁਰਕੀ ਤੋੜੀ ਖਾਣ ਲੱਗੇ, ਤਾਂ ਛੱਡ ਕੇ ਬਾਹਰ ਨੂੰ ਭੱਜ ਲਏ। ਜਦੋਂ ਗੇਟ ਤੱਕ ਗਏ, ਫਿਰ ਵਾਪਸ ਆ ਗਏ, ਫਿਰ ਖਾਣ ਲੱਗੇ, ਫਿਰ ਛੱਡ ਕੇ ਭੱਜ ਗਏ। ਤਾਂ ਦ੍ਰੋਪਦੀ ਨੇ ਦੇਖਿਆ ਕਿ ਅੱਜ ਪ੍ਰਭੂ ਪਰਮਾਤਮਾ ਕ੍ਰਿਸ਼ਨ ਭਗਵਾਨ ਕੀ ਲੀਲਾ ਰਚਦੇ ਪਏ ਨੇ, ਅੱਜ ਕੀ ਹੋ ਰਿਹਾ ਇਹ। ਜਦੋਂ ਉਹਨਾਂ ਨੇ ਪ੍ਰਸ਼ਾਦਾ ਛਕ ਲਿਆ, ਰੋਟੀ ਸਾਰੀ ਖਾ ਲਈ, ਤਾਂ ਦ੍ਰੋਪਦੀ ਨੇ ਪੁੱਛਿਆ ਕਿ ਪ੍ਰਭੂ ਅੱਜ ਤੁਸੀਂ ਇਹ ਕੀ ਲੀਲਾ ਤੁਹਾਡੀ, ਅੱਜ ਤੁਸੀਂ ਇੱਕ ਬੁਰਕੀ ਖਾਧੀ ਵੀ ਹੈ ਨਹੀਂ, ਉਸ ਇੱਕ ਬੁਰਕੀ ਛੱਡ ਕੇ ਜਦੀ ਭੱਜ ਲਏ ਤੁਸੀਂ, ਫਿਰ ਤੁਸੀਂ ਗੇਟ ਤੱਕ ਗਏ, ਫਿਰ ਵਾਪਸ ਆ ਗਏ, ਫਿਰ ਗਏ, ਫਿਰ ਵਾਪਸ ਆ ਗਏ, ਤੇ ਇਹ ਕੀ ਤੁਹਾਡੀ ਲੀਲਾ ਹੈ, ਤੁਸੀਂ ਦੱਸੋ ਇਸ ਬਾਰੇ। ਤਾਂ ਉਸ ਕ੍ਰਿਸ਼ਨ ਭਗਵਾਨ ਨੇ, ਪਰਮਾਤਮਾ ਨੇ ਦ੍ਰੋਪਦੀ ਨੂੰ ਕਿਹਾ ਕਿ ਬੇਟੇ, ਮੇਰੇ ਭਗਤ ਦੀ ਕਿਸੇ ਨਾਲ ਲੜਾਈ ਹੋ ਗਈ ਸੀ, ਮੇਰੇ ਭਗਤ ਦੇ ਉਸਨੇ ਥੱਪੜ ਮਾਰਿਆ, ਹੈ ਨਾ। ਜਦੋਂ ਮੇਰੇ ਭਗਤ ਨੇ ਮੈਨੂੰ ਯਾਦ ਕੀਤਾ, ਮੈਂ ਉਸ ਨੂੰ ਬਚਾਉਣ ਲਈ, ਹੈ ਨਾ, ਉਹਦੀ ਰਕਸ਼ਾ ਕਰਨ ਲਈ ਮੈਂ ਉੱਥੇ ਭੱਜਿਆ, ਪਰ ਮੇਰੇ ਭਗਤ ਨੇ ਵੀ ਉਹਦੇ ਥੱਪੜ ਮਾਰ ਦਿੱਤਾ ਸੀ। ਤਾਂ ਜਦੋਂ ਉਹਨਾਂ ਨੇ ਆਪਸ ਵਿੱਚ ਬਰਾਬਰ ਹਿਸਾਬ ਕਰ ਲਿਆ, 4 ਉਹਨੇ ਥੱਪੜ ਮਾਰੇ, 4 ਉਹਨੇ ਮਾਰੇ, ਉਹਨਾਂ ਨੇ ਹਿਸਾਬ ਆਪਣਾ ਬਰਾਬਰ ਕਰ ਲਿਆ, ਹੈ ਨਾ। ਤਾਂ ਜਿੱਥੇ ਹਿਸਾਬ ਬਰਾਬਰ, ਉੱਥੇ ਮੇਰਾ ਕੀ ਰੋਲ ਆ ਉੱਥੇ, ਹੈ ਨਾ। ਇਸੇ ਤਰ੍ਹਾਂ ਜੇ ਅਸੀਂ ਆਪ ਹੀ ਹਿਸਾਬ ਕਿਤਾਬ ਕਰਨੇ ਆ, ਉੱਥੇ ਸਾਡਾ ਗੁਰੂ ਕੀ ਕਰੇਗਾ, ਗੁਰੂ ਸਾਡੀ ਸਹਾਇਤਾ ਕੀ ਕਰੇਗਾ। ਕੁਛ ਗੱਲਾਂ ਗੁਰੂ 'ਤੇ ਛੱਡ ਦੇਣੀਆਂ ਚਾਹੀਦੀਆਂ, ਹੈ ਨਾ। ਜੇ ਅਸੀਂ ਆਪ ਹੀ ਆਪਣੇ ਫੈਸਲੇ ਕਰਨੇ ਆ, ਹੈ ਨਾ, ਆਪ ਹੀ ਅਸੀਂ ਬਰਾਬਰੀ ਕਰਨੀ ਆ, ਤਾਂ ਉੱਥੇ ਗੁਰੂ ਕੀ ਕਰੇਗਾ। ਜੇ ਅਸੀਂ ਆਪ ਹੀ ਯੰਤਰੀਆਂ ਦੇ ਚੱਕਰਾਂ 'ਚ ਪਵਾਂਗੇ, ਵਹਿਮਾਂ ਭਰਮਾਂ ਦੇ ਵਿੱਚ ਪਵਾਂਗੇ, ਸਾਡਾ ਗੁਰੂ ਉੱਥੇ ਕੀ ਕਰੇਗਾ। ਤੇ ਅਸੀਂ ਨੀਲੇ ਪੀਣੇ ਮੁੰਦਰੀਆਂ ਪਾਵਾਂਗੇ, ਹੈ ਨਾ, ਕਿ ਅਸੀਂ ਸ਼ਾਇਦ ਸਾਡਾ ਕੰਮ ਇਹ ਹੋ ਜਾਏਗਾ, ਸਾਨੂੰ ਦੁੱਖਾਂ ਤੋਂ ਛੁਟਕਾਰਾ ਮਿਲ ਜਾਏਗਾ, ਹੈ ਨਾ। ਸਾਨੂੰ ਇੱਕ ਨਗਾ ਤੇ ਮੁੰਦਰੀ 'ਤੇ ਭਰੋਸਾ, ਉੱਥੇ ਗੁਰੂ ਕੀ ਕਰੇਗਾ। ਤੁਹਾਨੂੰ ਟੇਵੇ ਯੰਤਰੀਆਂ 'ਤੇ ਭਰੋਸਾ, ਹੈ ਨਾ, ਉੱਥੇ ਗੁਰੂ ਕੀ ਕਰੇਗਾ। ਕਿ ਤੁਹਾਨੂੰ ਆਪਣੇ ਗੁਰੂ 'ਤੇ ਵਿਸ਼ਵਾਸ ਨਹੀਂ, ਗੁਰੂ 'ਤੇ ਭਰੋਸਾ ਨਹੀਂ ਹੈਗਾ। ਹੁਣ ਇੱਕ ਪਰਿਵਾਰ ਨੇ, ਬੜਾ ਸੋਹਣਾ ਪਰਿਵਾਰ ਆ, ਬੜੀ ਸੋਹਣੀ ਭਗਤੀ ਕਰਦਾ ਪਿਆ, ਹੈ ਨਾ, ਪਤਾ ਨਹੀਂ ਕਿਸੇ ਮੰਗ ਲਾ ਕੇ ਟੇਵਾ ਬਣਾਉਣ ਚਲੇ ਗਏ। ਜਦੋਂ ਟੇਵਾ ਬਣਾ ਕੇ ਚਲੇ ਗਏ, ਅਤੇ ਉਹਦੇ ਵਿੱਚ ਦੱਸਿਆ ਕਿ ਤੁਹਾਡਾ ਬੇਟਾ ਇੱਦਾਂ ਵੱਡਾ ਹੋ ਕੇ ਇੱਦਾਂ ਹੋਊਗਾ, ਹੈ ਨਾ, ਮਾੜੀ ਸੰਗਤ ਦੇ ਵਿੱਚ ਪਊਗਾ, ਇਹ ਲੜਾਈ ਝਗੜੇ ਕਰੂੰਗਾ, ਜਾਂ ਤੁਹਾਡੇ ਘਰ ਵਾਲੇ ਬਿਮਾਰ ਰਹਿਣਾ ਆ, ਹੈ ਨਾ, ਅਤੇ ਘਰ ਵਿੱਚ ਤੁਸੀਂ ਇੰਸ਼ੋਰੈਂਸ ਕਰਾਈ ਆ। ਪੰਡਤ ਜੀ ਕਹਿੰਦੇ ਨਹੀਂ ਜੀ, ਕਹਿੰਦੇ ਕਰਾ ਲਓ, ਕਹਿੰਦੇ
ਸਮਿਆਂ ਤੇ ਤੁਸੀਂ ਬਿਮਾਰ ਪੈ ਜਾਣਾ। ਦੇਖੋ ਇੱਕ ਟੇਵੇ ਇੱਕ ਬਣਾਉਣ ਦੇ ਨਾਲ ਕਿੰਨੀਆਂ ਟੈਨਸ਼ਨਾਂ ਪੈ ਗਈਆਂ, ਹੈ ਨਾ। ਪਹਿਲਾਂ ਬਿਲਕੁਲ ਕੋਈ ਟੈਨਸ਼ਨ ਨਹੀਂ, ਰੋਜ਼ ਸਿਮਰਨ ਕਰਦੇ, ਰੋਜ਼ ਬੰਦਗੀ ਕਰਦੇ, ਵਧੀਆ ਕਰਦੇ ਪਏ ਸੀ। ਪਰ ਜਦੋਂ ਉਹਨਾਂ ਨੇ ਟੇਵਾ ਬਣਾ ਲਿਆ, ਯੰਤਰੀ ਬਣਾ ਲਈ, ਉਹਨੇ ਮਨ 'ਚ ਵਹਿਮ ਪੈ ਗਏ, ਟੈਨਸ਼ਨ ਪੈ ਗਈ, ਟੈਨਸ਼ਨ ਹੋ ਗਈ ਬਹੁਤ ਜ਼ਿਆਦਾ। ਕੀ ਪੰਡਤ ਨੇ ਕਿਹਾ ਕਿ ਤੁਹਾਡੇ ਬੱਚੇ ਨੇ ਵੱਡਾ ਹੋ ਕੇ ਇੱਦਾਂ ਗਲਤ ਸੁਸਾਇਟੀ ਵਿੱਚ ਪੈਣਾ, ਤੁਹਾਡੇ ਘਰ ਵਾਲੇ ਨੇ ਬਿਮਾਰੀ ਦਾ ਘਰ ਵਿੱਚ ਆਉਣ ਵਾਲੀ ਆ, ਅਤੇ ਤੁਸੀਂ ਆਪਣਾ ਇੰਸ਼ੋਰੈਂਸ ਕਰਾ ਲਓ, ਹੈ ਨਾ। ਦੇਖੋ ਕਿੰਨੀ ਵੱਡੀ ਟੈਨਸ਼ਨ ਪਾਤੀ। ਉਸਨੇ ਸਾਡੇ ਨਾਲ ਸਵਾਲ ਕੀਤਾ ਕਿ ਬਾਬਾ ਜੀ ਇੱਦਾਂ ਇੱਦਾਂ ਗੱਲ ਹੈਗੀ ਹੈ ਨਾ, ਅਤੇ ਅਸੀਂ ਟੇਵਾ ਬਣਾ ਲਿਆ, ਹੈ ਨਾ, ਟੇਵਾ ਬਣਾ ਲਿਆ, ਅਤੇ ਹੁਣ ਪੰਡਤ ਜੀ ਸਾਨੂੰ ਇਹ ਕਹਿ ਤਾ। ਹੁਣ ਦੱਸੋ, ਉਹ ਕਹਿਣ ਵਾਲਾ ਹੋਵੇ ਮੂਰਖੋ, ਜਿਹੜਾ ਐਡਾ ਵੱਡਾ ਗੁਰੂ ਤੁਹਾਡੇ ਕੋਲ ਬੈਠਾ, ਉਹ ਕਿਸ ਕੰਮ ਲਈ ਬੈਠਾ ਆ? ਤੁਹਾਨੂੰ ਆਪਣੇ ਗੁਰੂ 'ਤੇ ਭਰੋਸਾ ਨਹੀਂ ਹੈਗਾ, ਆਪਣੇ ਗੁਰੂ 'ਤੇ ਵਿਸ਼ਵਾਸ ਨਹੀਂ ਹੈਗਾ। ਤੁਹਾਨੂੰ ਕਿਸੇ ਨੇ ਕਿਹਾ ਸੀ ਤੁਸੀਂ ਯੰਤਰੀ ਲੈ ਕੇ ਯੰਤਰੀ ਬਣਵਾਓ, ਟੇਵੇ ਬਣਵਾਓ, ਫਿਰ ਤੁਸੀਂ ਟੈਨਸ਼ਨਾਂ ਪਾ ਲਈਆਂ। ਹੁਣ ਤੁਸੀਂ ਯੰਤਰੀ ਤੁਸੀਂ ਤਰ੍ਹਾਂ ਤਰ੍ਹਾਂ ਦੇ ਉਪਾਅ ਕਰੋਗੇ, ਫਿਰ ਇੱਥੇ ਗੁਰੂ ਦਾ ਨਿਰਾਦਰ ਹੁੰਦਾ ਆ। ਤੁਹਾਨੂੰ ਆਪਣੇ ਗੁਰੂ 'ਤੇ ਭਰੋਸਾ ਨਹੀਂ ਹੈਗਾ। ਗੁਰੂ ਨੂੰ ਤੁਸੀਂ ਪਰਮਾਤਮਾ ਕਹਿੰਦੇ ਹੋ, ਗੁਰੂ ਨੂੰ ਤੁਸੀਂ ਇੰਨਾ ਕੁਛ ਵੱਡਾ ਅਹੁਦਾ ਦਿੰਦੇ ਹੋ, ਫਿਰ ਤੁਸੀਂ ਇਹ ਚੱਕਰਾਂ 'ਚ ਪਏ ਹੋਏ ਹੋ। ਤੁਸੀਂ ਆਪਣੇ ਗੁਰੂ ਦਾ ਨਿਰਾਦਰ ਕਿਉਂ ਕਰਦੇ ਪਏ ਹੋ? ਤੁਸੀਂ ਜਦੋਂ ਇੱਦਾਂ ਗਏ, ਇੱਦਾਂ ਉਪਾਅ ਕਰਨ ਜਾਂਦੇ ਹੋ, ਯੰਤਰੀਆਂ ਦਿਖਾਉਣ ਜਾਂਦੇ ਹੋ, ਯੰਤਰੀਆਂ ਬਣਵਾ ਜਾਂਦੇ ਹੋ, ਤੁਹਾਨੂੰ ਗੁਰੂ ਦੀ ਯਾਦ ਨਹੀਂ ਆਉਂਦੀ ਕਿ ਅਸੀਂ ਗੁਰੂ ਸਾਹਮਣੇ ਕਿੱਦਾਂ ਬੈਠਾਂਗੇ, ਅਸੀਂ ਗੁਰੂ ਨੂੰ ਕੀ ਮੂੰਹ ਦਿਖਾਵਾਂਗੇ? ਅਸੀਂ ਆਪਣੇ ਤੁਸੀਂ ਘੋੜੇ ਭਜਾਈ ਜਾ ਰਹੇ ਹੋ, ਹੈ ਨਾ, ਫਿਰ ਦੋਸ਼ ਆਪਣੇ ਗੁਰੂ ਦਿੰਦੇ ਆ ਕਿ ਗੁਰੂ ਸਾਡੀ ਰਕਸ਼ਾ ਨਹੀਂ ਕਰਦਾ, ਗੁਰੂ ਸਾਡਾ ਖਿਆਲ ਨਹੀਂ ਕਰਦਾ, ਗੁਰੂ ਸਾਨੂੰ ਰਸਤਾ ਨਹੀਂ ਦਿਖਾਉਂਦਾ। ਗੁਰੂ ਕੀ ਕਰੇ ਉੱਥੇ? ਸਾਰੇ ਕੰਮ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਕਰੀ ਜਾ ਰਹੇ ਹੋ। ਗੁਰੂ ਨੇ ਸਾਨੂੰ ਇੱਕੋ ਕੰਮ ਦਿੱਤਾ, ਬੇਟੇ ਸਿਮਰਨ ਕਰੋ। ਕੀ ਤੁਹਾਡਾ ਰੋਜ਼ ਦਾ 2.5-3 ਘੰਟੇ ਦਾ ਅਭਿਆਸ ਹੈ? ਕੀ ਤੁਹਾਡਾ ਰੋਜ਼ ਦਾ 3 ਘੰਟੇ ਦਾ ਸਿਮਰਨ ਹੈ? ਜੇ ਤੁਹਾਡਾ ਰੋਜ਼ ਦਾ 3 ਘੰਟੇ ਦਾ ਸਿਮਰਨ ਆ, 2.5 ਘੰਟੇ ਰੋਜ਼ ਦਾ ਸਿਮਰਨ ਆ, ਫਿਰ ਤੁਸੀਂ ਆਪਣੇ ਗੁਰੂ ਨਾਲ ਗੱਲ ਕਰ ਸਕਦੇ ਹੋ। ਫਿਰ ਗੁਰੂ ਤੁਹਾਨੂੰ ਸਵਾਲ ਦਾ ਜਵਾਬ ਦੇਵੇਗਾ। ਇੱਕ ਵਾਰ ਗੁਰੂ ਤੇ ਭਰੋਸਾ ਕਰੋ, ਤੁਸੀਂ ਵਿਸ਼ਵਾਸ ਤਾਂ ਰੱਖੋ ਗੁਰੂ ਤੇ। ਮੈਂ ਜੋ ਸੁਣਿਆ ਤੇ ਬੜਾ ਮੈਨੂੰ ਅਜੀਬ ਜਿਹਾ ਲੱਗਿਆ ਕਿ ਉਹਨਾਂ ਮੂਰਖਾਂ ਇੰਨਾ ਸਮਝਾ ਰਹੇ ਹਾਂ, ਅਸੀਂ ਇੰਨਾ ਸਮਝਾ ਰਹੇ ਹਾਂ, ਹੈ ਨਾ, ਉਹ ਫਿਰ ਵੀ ਉਹ ਆਪਣੀ ਮਰਜ਼ੀ ਕਰ ਲਈ ਉਹਨਾਂ ਨੇ। ਮੱਛੀ ਜਿੱਦਾਂ ਮਛਲੀ ਪੱਥਰ ਚੱਟ ਕੇ ਵਾਪਸ ਆ ਜਾਂਦੀ ਨਾ, ਹੈ ਨਾ, ਉਸੇ ਤਰ੍ਹਾਂ ਇਨਸਾਨ ਨੂੰ ਜਦ ਤੱਕ ਠੋਕਰ ਨਾ ਪਵੇ, ਉਹ ਵਾਪਸ ਨਹੀਂ ਆਉਂਦਾ। ਗੁਰੂ ਦੀ ਗੱਲਾਂ ਉਸਨੂੰ ਮਜ਼ਾਕ ਲੱਗਦੀਆਂ, ਗੁਰੂ ਤੇ ਭਰੋਸਾ ਵਿਸ਼ਵਾਸ ਨਹੀਂ ਕਰਦਾ ਜਦ ਤੱਕ ਉਹਨੂੰ ਠੋਕਰ ਨਹੀਂ ਪੈਂਦੀ। ਹੁਣ ਟੇਵੇ ਬਣਾ ਲਿਆ, ਯੰਤਰੀ ਬਣਾ ਲਈ, ਹੁਣ ਵਹਿਮਾਂ 'ਚ ਪਾ ਦਿੱਤਾ। ਹੁਣ ਵਹਿਮਾਂ 'ਚ ਪਾ ਦਿੱਤਾ, ਉਹ ਵਹਿਮ ਜਾਣਾ ਨਹੀਂ ਹੈਗਾ, ਹਰ ਟਾਈਮ ਟੈਨਸ਼ਨ। ਫਿਰ ਸਿਮਰਨ ਕਿੱਦਾਂ ਹੋਵੇਗਾ? ਧਿਆਨ ਕਿੱਦਾਂ ਲੱਗੇਗਾ? ਖਿਆਲ ਤਾਂ ਉੱਧਰ ਰਹਿ ਗਿਆ। ਹਰ ਟਾਈਮ ਬੱਚੇ ਧਿਆਨ ਰਹਿਣਾ, ਹਰ ਟਾਈਮ ਘਰ ਵਾਲੇ 'ਚ ਧਿਆਨ ਰਹਿਣਾ, ਹੁਣ ਮੈਂ ਆਹ ਕਰਨਾ, ਆਹ ਉਪਾਅ ਕਰਨਾ, ਹੈ ਨਾ। ਭਗਤੀ ਕਿੱਥੋਂ ਹੋਵੇਗੀ? ਬੰਦਗੀ ਕਿੱਥੋਂ ਹੋਵੇਗੀ ਜਦ ਮਨ 'ਤੇ ਇੰਨਾ ਬੋਝ ਆ? ਮੇਰੀ ਆਪਦੇ ਚਰਨਾਂ ਹੱਥ ਜੋੜ ਕੇ ਬੇਨਤੀ ਆ, ਕੋਈ ਇਨਸਾਨ ਮੇਰੇ ਇਸ ਬੰਦਗੀ ਦਾ ਘਰ ਦਰਬਾਰ ਨਾਲ ਜੁੜਿਆ, ਹੈ ਨਾ, ਔਰ ਮੇਰੇ ਨਾਲ ਵੀ ਜੁੜਿਆ, ਇੱਥੇ ਦਰਬਾਰ ਸੰਗਤ ਆਉਂਦੀ ਆ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੇ ਕੋਲ ਵੀ ਆਉਣ ਦੀ ਲੋੜ ਨਹੀਂ ਹੈਗੀ। ਜੇ ਤੁਸੀਂ ਵਹਿਮਾਂ ਦੇ ਵਿੱਚ ਪੈਣਾ, ਇਹਨਾਂ ਯੰਤਰੀਆ ਟੇਵੇ ਦੇ ਵਿੱਚ ਪੈਣਾ, ਅੰਧ ਵਿਸ਼ਵਾਸ ਦੇ ਵਿੱਚ ਪੈਣਾ, ਤਾਂ ਮੇਰੇ ਕੋਲ ਆਉਣ ਦੀ ਲੋੜ ਨਹੀਂ ਹੈਗੀ। ਸਾਡਾ ਵੀ ਸਮਾਂ ਨਾ ਖਰਾਬ ਕਰੋ, ਨਾ ਆਪਣਾ ਸਮਾਂ ਖਰਾਬ ਕਰੋ। ਤੁਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹੋ, ਆਪਣੇ ਗੁਰੂ ਨੂੰ ਵੀ ਧੋਖਾ ਦਿੰਦੇ ਹੋ। ਜੇ ਤੁਸੀਂ ਆਪਣੀਆਂ ਮਰਜ਼ੀਆਂ ਕਰਨੀਆਂ ਤਾਂ ਮੇਰੇ ਕੋਲ ਵੀ ਆਉਣ ਦੀ ਕੋਈ ਲੋੜ ਨਹੀਂ ਹੈਗੀ। ਮੇਰਾ ਵੀ ਸਮਾਂ ਖਰਾਬ ਨਾ ਕਰੋ, ਨਾ ਆਪਣਾ ਸਮਾਂ ਖਰਾਬ ਕਰੋ। ਅਸੀਂ ਤਾਂ ਤੁਹਾਡੇ ਭਲੇ ਲਈ ਕਹਿੰਦੇ ਹਾਂ ਕਿ ਸਿਮਰਨ ਕਰੋ, ਸਿਮਰਨ ਕਰੋ, ਜੋ ਸੱਚ ਆ। ਅੱਜ ਨਹੀਂ ਤੇ ਕੱਲ੍ਹ ਬੰਦਗੀ ਕਰਨੀ ਪੈਣੀ, ਭਗਤੀ ਕਰਨੀ ਪੈਣੀ। ਭਗਤੀ ਕਰਕੇ ਹੀ ਛੁਟਕਾਰਾ ਮਿਲਣਾ, ਭਗਤੀ ਤੋਂ ਬਿਨਾਂ ਛੁਟਕਾਰਾ ਨਹੀਂ ਮਿਲਣਾ। ਜਿੰਨੇ ਮਰਜ਼ੀ ਤੁਸੀਂ ਦਾਨ ਪੁੰਨ ਕਰ ਲਓ, ਹੀਰੇ ਚਾਂਦੀ ਦਾਨ ਕਰ ਲਓ, ਜਿੰਨੇ ਵੱਡੇ ਵੱਡੇ ਮਰਜ਼ੀ ਲੰਗਰ ਲਗਾ ਲਓ, ਇਹਦੇ ਨਾਲ ਤੁਹਾਨੂੰ ਪਰਮਾਤਮਾ ਨਹੀਂ ਮਿਲ ਸਕਦਾ, ਰੱਬ ਨਹੀਂ ਮਿਲ ਸਕਦਾ। ਰੱਬ ਮਿਲਣਾ ਭਗਤੀ ਕਰਕੇ ਮਿਲਣਾ, ਠੀਕ ਆ। ਇਹ ਦੁੱਖਾਂ ਤੋਂ ਛੁਟਕਾਰਾ ਮਿਲਣਾ ਭਗਤੀ ਕਰਕੇ ਹੀ ਮਿਲਣਾ। ਇਹ ਮਨੁੱਖੀ ਚੋਲਾ ਮਿਲਣਾ ਭਗਤੀ ਕਰਕੇ ਹੀ ਮਿਲਣਾ। ਬਿਨਾਂ ਭਗਤੀ ਛੁਟਕਾਰਾ ਨਹੀਂ ਮਿਲਣਾ। ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਨਹੀਂ ਲਿਖਿਆ ਕਿ ਬਿਨਾਂ ਭਗਤੀ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ। ਭਗਤੀ ਕਰਕੇ ਹੀ ਛੁਟਕਾਰਾ ਮਿਲਣਾ। ਬੰਦਗੀ ਕਰਨੀ ਪੈਣੀ, ਅੱਜ ਕਰ ਲਓ ਚਾਹੇ ਕੱਲ੍ਹ ਕਰ ਲਓ, ਕਰਨੀ ਪੈਣੀ ਆ।
ਕਰਕੇ ਹੀ ਛੁਟਕਾਰਾ ਮਿਲਣਾ। ਇਹ ਜੀਵਨ ਭਗਤੀ ਕਰਨ ਵਾਸਤੇ ਮਿਲਿਆ, ਬੰਦਗੀ ਕਰਨ ਵਾਸਤੇ ਮਿਲਿਆ। ਇਹਦੀ ਕਦਰ ਕਰੋ, ਇਹਨੂੰ ਵਿਅਰਥੀ ਟੈਨਸ਼ਨਾਂ ਵਿੱਚ ਇਸ ਨੂੰ ਖਰਾਬ ਨਾ ਕਰੋ, ਆਪਣੇ ਸਵਾਸਾਂ ਨੂੰ ਖਰਾਬ ਨਾ ਕਰੋ। ਬੜਾ ਕੀਮਤੀ ਇਹ ਸਰੀਰ ਆ। ਰੱਬ ਮਿਲਣਾ ਬੜਾ ਸੌਖਾ ਆ, ਪਰ ਸਰੀਰ ਮਿਲਣਾ ਬੜਾ ਔਖਾ ਆ। ਸਰੀਰ ਪਾਣਾ ਬੜਾ ਔਖਾ ਆ, ਰੱਬ ਨੂੰ ਪਾਣਾ ਬੜਾ ਸੌਖਾ ਆ। ਜੇ ਤੁਸੀਂ ਭਗਤੀ ਨਹੀਂ ਕਰੋਗੇ, ਬੰਦਗੀ ਨਹੀਂ ਕਰੋਗੇ, ਤਾਂ 84 ਲੱਖ ਜੋਨੀਆਂ ਤੁਹਾਡੇ ਵਾਸਤੇ ਨੇ। ਇਹ ਕੀੜੇ ਮੁਕੜੇ ਗਧੇ ਤੁਸੀਂ ਉਹ ਬਣਨਾ ਆ ਕੁੱਤੇ ਬਿੱਲੇ ਤੁਸੀਂ ਉਹ ਬਣਨਾ, ਜੇ ਬੰਦਗੀ ਨਹੀਂ ਕੀਤੀ, ਭਗਤੀ ਨਹੀਂ ਕੀਤੀ। ਜੇ 84 ਲੱਖ ਜੋਨੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਸਿਮਰਨ ਕਰੋ, ਬੰਦਗੀ ਕਰੋ। ਜੇ ਦੁੱਖਾਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਬੰਦਗੀ ਕਰੋ, ਭਗਤੀ ਕਰੋ। ਗੁਰੂ ਨੂੰ ਅਸਲੀ ਰੂਪ ਦੇਖਣਾ ਚਾਹੁੰਦੇ ਹੋ ਤਾਂ ਭਗਤੀ ਕਰੋ, ਬੰਦਗੀ ਕਰੋ। ਪਰਮਾਤਮਾ ਤੱਕ ਪਹੁੰਚਣਾ ਚਾਹੁੰਦੇ ਹੋ ਤਾਂ ਬੰਦਗੀ ਕਰੋ, ਭਗਤੀ ਕਰੋ। ਸੱਚਖੰਡ ਪਹੁੰਚਣਾ ਚਾਹੁੰਦੇ ਹੋ ਤਾਂ ਬੰਦਗੀ ਕਰੋ, ਭਗਤੀ ਕਰੋ। ਬਿਨਾਂ ਭਗਤੀ ਤੋਂ ਛੁਟਕਾਰਾ ਨਹੀਂ ਮਿਲ ਸਕਦਾ, ਬਿਨਾਂ ਬੰਦਗੀ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਬੰਦਗੀ ਕਰਨੀ ਹੀ ਪੈਣੀ ਆ। ਅੱਜ ਕਰ ਲਓ ਚਾਹੇ ਕੱਲ੍ਹ ਕਰ ਲਓ, ਖੁਸ਼ੀ ਕਰ ਲਓਗੇ ਤਾਂ ਵਧੀਆ ਗੱਲ ਆ, ਨਹੀਂ ਧੱਕੇ ਨਾਲ ਉਸਨੇ ਕਰਾ ਹੀ ਲੈਣੀ ਹੈ। ਦੁੱਖ ਆਉਂਦੇ ਨੇ, ਸਾਨੂੰ ਦੁੱਖਾਂ ਦਾ ਧੰਨਵਾਦ ਕਰਿਆ ਕਰੋ, ਹੈ ਨਾ। ਕਿਉਂਕਿ ਦੁੱਖ ਹੀ ਤਾਂ ਹੈ ਜਿਹੜੇ ਸਾਨੂੰ ਪਰਮਾਤਮਾ ਦੇ ਨਾਲ ਮਿਲਾਉਂਦੇ ਹਨ, ਪਰਮਾਤਮਾ ਦੇ ਨਾਲ ਜੋੜਦੇ ਹਨ, ਰੱਬ ਦੇ ਨਾਲ ਜੋੜਦੇ ਹਨ। ਦੁੱਖ ਹੀ ਤਾਂ ਹੈ ਜੋ ਪਰਮਾਤਮਾ ਦੀ ਯਾਦ ਦਿਲਾਉਂਦੇ ਸਾਨੂੰ ਕਿ ਪਰਮਾਤਮਾ ਹੈ, ਕੋਈ ਤਾਕਤ ਹੈ ਜਿਹੜਾ ਸਾਨੂੰ ਬਚਾ ਸਕਦੀ ਹੈ। ਦੁੱਖਾਂ ਦਾ ਨਾ ਕਿੱਦਾਂ ਯਾਦ ਕਰਦੇ ਅਸੀਂ, ਜੇ ਸਾਨੂੰ ਕੋਈ ਤਕਲੀਫ ਬਿਮਾਰੀ ਘਰ ਦੇ ਵਿੱਚ ਆਉਂਦੀ ਆ, ਹੈ ਨਾ, ਰੱਬ ਇੱਕ ਤਰੀਕਾ ਯਾਦ ਦਿਲਾਉਣ ਦਾ, ਫਿਰ ਅਸੀਂ ਉਸ ਨੂੰ ਯਾਦ ਕਰਦੇ ਹਾਂ। ਜੇ ਅਸੀਂ ਫਿਰ ਵੀ ਨਾ ਯਾਦ ਕੀਤਾ, ਫਿਰ ਵੀ ਨਾ ਭਗਤੀ ਕੀਤੀ, ਫਿਰ ਵੀ ਨਾ ਸਿਮਰਨ ਕੀਤਾ, ਫਿਰ ਕੋਰਟ ਕਚਹਿਰੀ ਚੱਕਰ ਪਾਉਣ ਦਾ। ਇਹ ਇਹੋ ਜਿਹਾ ਸਿਸਟਮ ਹੈ। ਉਹਦੀ ਖੇਡ ਬੜੀ ਨਿਰਾਲੀ ਆ, ਅਦਭੁਤ ਖੇਡ ਆ ਉਹਦੀ, ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ। ਬਸ ਆਨੰਦ ਲਓ, ਆਨੰਦ ਲਓ। ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਉਲਝ ਜਾਵਾਂਗੇ। ਬਸ ਆਪਣੇ ਗੁਰੂ ਤੇ ਭਰੋਸਾ ਰੱਖ ਕੇ, ਗੁਰੂ ਤੇ ਵਿਸ਼ਵਾਸ ਰੱਖ ਕੇ ਤੁਸੀਂ ਆਪਣੀ ਡਿਊਟੀ ਰੋਜ਼ ਕਰਦੇ, ਰੋਜ਼ ਸਿਮਰਨ ਕਰਦੇ ਰਹੋ। ਕੋਈ ਛੁੱਟੀ ਨਹੀਂ ਕਰਨੀ, ਕੋਈ ਨਾਗਾ ਨਹੀਂ ਕਰਨਾ। ਘੱਟੋ ਘੱਟ 24 ਘੰਟੇ ਵਿੱਚੋਂ ਘੱਟੋ ਘੱਟ 2.5 ਘੰਟੇ ਤੁਹਾਡਾ ਰੋਜ਼ ਦਾ ਅਭਿਆਸ ਹੋਣਾ ਚਾਹੀਦਾ। ਫਿਰ ਤੁਸੀਂ ਸੰਸਾਰ ਦੇ ਆਪਣੇ ਜਿਹੜੇ ਕੰਮ ਧੰਦੇ ਕਰਨੇ ਉਹ ਕਰੋ। ਅਗਰ ਜਲਦੀ ਪਾਉਣਾ ਚਾਹੁੰਦੇ ਹੋ, ਜਲਦੀ ਉੱਥੇ ਤੱਕ ਪਹੁੰਚਣਾ ਚਾਹੁੰਦੇ ਹੋ, ਹੋਰ ਮਿਹਨਤ ਕਰੋ। ਫਿਰ ਸਵੇਰੇ ਬਹਿੰਦੇ ਹੋ, ਸ਼ਾਮ ਨੂੰ ਫਿਰ ਬੈਠੋ। ਸਵੇਰੇ ਸ਼ਾਮ ਦਾ ਨਿਯਮ ਪੱਕਾ ਕਰ ਲਓ ਇੱਕ, ਫਿਰ ਤੁਹਾਡੀ ਗੱਲ ਬਣ ਜਾਵੇਗੀ। ਜੇ ਹੋਰ ਜਲਦੀ ਜੀ ਕਰਨਾ ਹੈ ਤਾਂ ਦੁਪਹਿਰੇ ਬਹਿਣਾ ਸ਼ੁਰੂ, ਸਵੇਰੇ, ਦੁਪਹਿਰੇ, ਸ਼ਾਮ ਨੂੰ, ਜਦੋਂ ਸਮਾਂ ਮਿਲੇ ਉਹਦੀ ਯਾਦ ਵਿੱਚ ਬਹਿ ਜਾਓ। ਜਦੋਂ ਸਮਾਂ ਮਿਲੇ ਉਹਦੀ ਯਾਦ 'ਚ ਬਹਿ ਜਾਓ। ਉਦੋਂ ਤੱਕ ਟਿੱਕੇ ਨਾ ਬੈਠੋ ਜਦ ਤੱਕ ਤੁਸੀਂ ਇੱਥੇ ਪਹੁੰਚ ਨਹੀਂ, ਜਦ ਤੱਕ ਇੱਥੇ ਜੋਤ ਦੇ ਦਰਸ਼ਨ ਨਹੀਂ ਕਰਦੇ, ਉਸ ਪ੍ਰਕਾਸ਼ ਦੇ ਦਰਸ਼ਨ ਨਹੀਂ ਕਰਦੇ, ਤਦ ਤੱਕ ਡਟ ਕੇ ਲੱਗੇ ਰਹੋ, ਲੱਗੇ ਰਹੋ, ਲੱਗੇ ਰਹੋ। ਜੋ ਤੁਸੀਂ ਰੋਜ਼ ਅਭਿਆਸ ਕਰੋਗੇ, ਰੋਜ਼ ਬੰਦਗੀ ਕਰੋਗੇ, ਭਗਤੀ ਕਰੋ, ਗੁਰੂ ਤੁਹਾਡੇ ਕਿੰਨੇ ਖੁਸ਼ ਹੋਵੇਗਾ। ਗੁਰੂ ਤੁਹਾਡੇ ਖੁਸ਼ ਹੋਗੇ ਤਾਂ ਬਖਸ਼ਿਸ਼ ਕਰੇਗਾ, ਤੁਹਾਨੂੰ ਰਾਸਤਾ ਦਿਖਾਵੇਗਾ ਅੱਗੇ। ਇਸ ਕਰਕੇ ਮੇਰੀ ਆਪ ਦੇ ਚਰਨਾਂ 'ਚ ਬੇਨਤੀ ਆ, ਬਸ ਕਿਸੇ ਨੇ ਵਹਿਮਾਂ 'ਚ ਨਹੀਂ ਪੈਣਾ, ਅੰਧ ਵਿਸ਼ਵਾਸ ਨਹੀਂ ਪੈਣਾ। ਗੁਰੂ ਤੇ ਭਰੋਸਾ ਰੱਖ ਕੇ ਸਿਮਰਨ ਕਰੋ ਰੋਜ਼, ਠੀਕ ਹੈ। ਇੱਕ ਨਾ ਇੱਕ ਦਿਨ ਤੁਹਾਡੀ ਗੱਲ ਬਣ ਜਾਵੇਗੀ। ਦਾਸ ਦੇ ਕੋਲੋਂ ਕੁਝ ਬੋਲਣ ਦੇ ਵਿੱਚ ਗਲਤੀ ਹੋ ਗਈ ਹੋਵੇ ਤਾਂ ਦਾਸ ਨੂੰ ਮਾਫ ਕਰ ਦੇਣਾ। ਜੇ ਵਿਚਾਰ ਅੱਛੇ ਲੱਗੇ ਹੋਣ ਤਾਂ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਹੈ। ਔਰ ਮੇਰੇ ਲਈ ਵੀ ਦੁਆ ਕਰਨਾ ਕਿ ਤੰਦਰੁਸਤੀ ਬਖਸ਼ੇ ਪਰਮਾਤਮਾ, ਕਿ ਬਾਤਵਾ ਦੇ ਸਿਮਰਨ ਕਰਦੇ ਰਹੀਏ, ਕਰਾਉਂਦੇ ਰਹੀਏ, ਨਾਮ ਜਪਦੇ ਰਹੀਏ, ਜਪਾਉਂਦੇ ਰਹੀਏ, ਹੈ ਨਾ। ਮੈਂ ਵੀ ਤੁਹਾਡੇ ਵਰਗਾ ਹੀ ਹਾਂ, ਤੁਹਾਡੇ ਵਾਂਗੂ ਹੀ ਖਾਂਦਾ ਪੀਂਦਾ ਸੋਨਾ ਜਾਗਦਾ, ਹੈ ਨਾ। ਅਤੇ ਜੇ ਅੱਜ ਮੈਨੂੰ ਪਰਮਾਤਮਾ ਨੇ ਇੱਥੇ ਤੱਕ ਪਹੁੰਚਾਇਆ, ਹੈ ਨਾ, ਪਰਮਾਤਮਾ ਨੇ ਬਖਸ਼ਿਸ਼ ਕੀਤੀ ਆ, ਬਾਦਸ਼ਾਹ ਬਣਾਇਆ, ਅਤੇ ਤੁਹਾਨੂੰ ਵੀ ਬਣਾਵੇਗਾ। ਪਰ ਇਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ, ਵੱਧ ਤੋਂ ਵੱਧ ਭਗਤੀ ਕਰਨੀ, ਸਿਮਰਨ ਕਰਨਾ ਪੈਣਾ, ਹੈ ਨਾ। ਆਪਣੇ ਆਪ ਨੂੰ ਸਰੈਂਡਰ ਕਰਨਾ ਪੈਣਾ, ਗੁਰੂ ਦੇ ਚਰਨਾਂ 'ਚ ਸਮਰਪਣ ਕਰਨਾ ਪੈਣਾ, ਠੀਕ ਹੈ ਨਾ। ਫਿਰ ਤੁਹਾਡੀ ਗੱਲ ਬਣੇਗੀ ਜੋ ਵੀ, ਹੈ ਨਾ। ਅਤੇ ਆਪਣੀ ਡਿਊਟੀ ਸਮਝ ਕੇ ਰੋਜ਼ ਸਿਮਰਨ ਕਰਦੇ ਰਿਹਾ ਕਰੋ, ਠੀਕ ਹੈ। ਕਿਸੇ ਵਹਿਮਾਂ 'ਚ ਨਾ ਪਓ, ਭਰਮਾਂ 'ਚ ਨਾ ਪਓ, ਹੈ। ਗੁਰੂ 'ਤੇ ਵਿਸ਼ਵਾਸ ਰੱਖੋ ਆਪਣੇ, ਹੈ ਨਾ। ਗੁਰੂ ਦਾ ਨਿਰਾਦਰ ਨਾ ਕਰੋ, ਗੁਰੂ ਦਾ ਧੋਖਾ ਨਾ ਦੇਵੋ ਗੁਰੂ ਨੂੰ, ਠੀਕ ਹੈ। ਕਦ ਤੱਕ ਅਸੀਂ ਆਪਣੇ ਆਪ ਗੁਰੂ ਨੂੰ ਧੋਖਾ ਦੇਵਾਂਗੇ, ਕਦ ਤੱਕ ਗੁਰੂ ਦਾ ਨਿਰਾਦਰ ਕਰਾਂਗੇ, ਹੈ ਨਾ। ਇੱਕ ਨਾ ਇੱਕ ਦਿਨ ਤੁਹਾਨੂੰ ਭਗਤੀ ਕਰਨੀ ਹੀ ਪੈਣੀ, ਨਾਮ ਜਪਣਾ ਹੀ ਪੈਣਾ। ਜੇ ਤੁਸੀਂ ਆਪਣੀ ਮਰਜ਼ੀ ਕਰੋਗੇ ਉੱਥੇ ਗੁਰੂ ਕੀ ਕਰੇਗਾ? ਗੁਰੂ ਦਾ ਕੀ ਦੋਸ਼ ਆ? ਸਾਰੇ ਕੰਮ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਕਰੀ ਜਾਂਦੇ, ਹੈ ਨਾ। ਦੁੱਖ ਆਉਂਦਾ ਅਤੇ ਤੁਸੀਂ ਪਰਮਾਤਮਾ ਦੀ ਯਾਦ ਆਉਂਦੀ ਹੈ, ਸੁੱਖ ਆਉਂਦਾ ਤੁਸੀਂ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦੇ, ਗੁਰੂ ਨੂੰ ਯਾਦ ਹੀ ਨਹੀਂ ਕਰਦੇ।
ਦੁੱਖ ਵੇ ਤੁਸੀਂ ਗੁਰੂ ਨੂੰ ਯਾਦ ਕਰਦੇ ਹੋ, ਸੁੱਖ ਵੇ ਯਾਦ ਹੀ ਨਹੀਂ ਕਰਦੇ। ਚੰਗਾ ਕੋਈ ਕੰਮ ਹੋ ਜਾਵੇ ਤਾਂ ਤੁਸੀਂ ਕਹਿੰਦੇ ਮੈਂ ਕੀਤਾ, ਮੈਂ ਕੀਤਾ, ਮੈਂ ਕੀਤਾ। ਜੇ ਕੋਈ ਮਾੜਾ ਕੰਮ ਹੋ ਜਾਵੇ ਤਾਂ ਗੁਰੂ ਨੇ ਕੀਤਾ, ਪਰਮਾਤਮਾ ਨੇ ਕੀਤਾ। ਪਰਮਾਤਮਾ ਤੂੰ ਆਹ ਕੀ ਕਰ ਦਿੱਤਾ, ਹੈ ਨਾ। ਜੇ ਕੋਈ ਤੁਹਾਨੂੰ ਪ੍ਰੋਫਿਟ ਹੋ ਜਾਵੇ, ਫਾਇਦਾ ਹੋ ਜਾਵੇ, ਹੈ ਨਾ, ਫਿਰ ਤੁਸੀਂ ਕਹਿੰਦੇ ਆਹ ਮੇਰਾ ਦਿਮਾਗ ਕਿੰਨਾ, ਹੈ ਨਾ, ਮੈਂ ਆਹ ਕਰ ਦਿੱਤਾ, ਮੈਂ ਉਹ ਕਰ ਦਿੱਤਾ। ਉਹ ਤੁਹਾਨੂੰ ਰੱਬ ਦੀ ਯਾਦ ਨਹੀਂ ਆਉਂਦੀ ਕਿ ਕਰਦਾ ਤਾਂ ਉਹੀ ਪਿਆ ਹੈ ਨਾ। ਉਹ ਤੁਸੀਂ ਕਹਿੰਦੇ ਮੈਂ ਇੱਦਾਂ ਕਰਤਾ, ਮੈਂ ਉੱਦਾਂ ਕਰਤਾ, ਮੇਰਾ ਦਿਮਾਗ ਸੀ, ਮੈਨੂੰ ਇੱਦਾਂ ਐਡਾ ਵੱਡਾ ਪ੍ਰੋਫਿਟ ਮਿਲ ਗਿਆ, ਮੈਨੂੰ ਇੰਨਾ ਵੱਡਾ ਫਾਇਦਾ ਹੋ ਗਿਆ, ਹੈ ਨਾ। ਉਦੋਂ ਤੁਸੀਂ ਆਪਣੀ ਵਡਿਆਈ ਕਰਦੇ ਹੋ, ਤੁਹਾਨੂੰ ਉਦੋਂ ਗੁਰੂ ਦੀ ਯਾਦ ਨਹੀਂ ਆਉਂਦੀ। ਜਦੋਂ ਨੁਕਸਾਨ ਹੋ ਜਾਵੇ, ਘਾਟਾ ਪੈ ਜਾਵੇ, ਫਿਰ ਤੁਹਾਡੀ ਹਾਏ ਰੱਬਾ, ਹਾਏ ਗੁਰੂਦੇਵ ਤੂੰ ਇਹ ਕੀ ਕਰ ਦਿੱਤਾ, ਹੈ ਨਾ, ਹੈ ਨਾ, ਤੂੰ ਮੈਨੂੰ ਘਾਟਾ ਕਾਹਤੇ ਪਵਾ ਦਿੱਤਾ, ਮੇਰਾ ਇੰਨਾ ਨੁਕਸਾਨ ਹੋ ਗਿਆ, ਹਾਏ ਰੱਬਾ ਤੂੰ ਇਹ ਕੀ ਕਰ ਦਿੱਤਾ। ਫਾਇਦਾ ਤੁਸੀਂ ਕਹਿੰਦੇ ਮੈਂ ਕੀਤਾ, ਘਾਟਾ ਕੀਤਾ ਤੇ ਪ੍ਰਮਾਤਮਾ ਨੇ ਕੀਤਾ, ਹੈ ਨਾ। ਇੱਦਾਂ ਦੇ ਕੰਮ ਨਾ ਕਰੋ ਆਪਣੇ, ਠੀਕ ਹੈ। ਗੁਰੂ ਨੂੰ ਹਮੇਸ਼ਾ ਯਾਦ ਰੱਖੋ, ਗੁਰੂ 'ਤੇ ਭਰੋਸਾ ਰੱਖੋ, ਵਿਸ਼ਵਾਸ ਰੱਖੋ, ਕਦੇ ਗੁਰੂ ਦਾ ਕਹਿਣਾ ਮੰਨੋ, ਰੋਜ਼ ਸਿਮਰਨ ਕਰਦੇ ਰਹੋ, ਰੋਜ਼ ਬੰਦਗੀ ਕਰਦੇ ਰਹੋ। ਮੈਂ ਉਮੀਦ ਕਰਦਾ ਤੁਸੀਂ ਰੋਜ਼ ਬੰਦਗੀ ਕਰੋਗੇ, ਰੋਜ਼ ਭਗਤੀ ਕਰੋਗੇ, ਠੀਕ ਹੈ। ਤੁਸੀਂ ਭਗਤੀ ਕਰੋਗੇ, ਤੁਹਾਡੇ ਵੱਲ ਦੇਖ ਕੇ ਤੁਹਾਡੇ ਬੱਚੇ ਭਗਤੀ ਕਰਨਗੇ। ਤੁਸੀਂ ਆਪਣਾ ਜੀਵਨ ਬਦਲੋਗੇ, ਤੁਹਾਡਾ ਵੱਲ ਦੇਖ ਕੇ ਤੁਹਾਡੇ ਬੱਚਿਆਂ ਦੇ ਜੀਵਨ ਬਦਲੇਗਾ। ਕਿਉਂਕਿ ਪਹਿਲੇ ਗੁਰੂ ਮਾਂ ਬਾਪ ਹੀ ਹੁੰਦੇ ਨੇ। ਬੱਚੇ ਨੇ ਪਹਿਲਾਂ ਕੁਝ ਗੁਰੂ ਸਿੱਖਣਾ, ਸ਼ੁਰੂਆਤ ਉਹਦੇ ਘਰ ਤੋਂ ਹੁੰਦੀ ਹੈ, ਠੀਕ ਹੈ ਨਾ। ਜਿਹਾ ਤੁਸੀਂ ਵਿਵਹਾਰ ਹੋਵੇਗਾ, ਤੁਹਾਡੇ ਬੱਚੇ ਤੁਹਾਡੇ ਵੱਲ ਦੇਖ ਕੇ ਉੱਦਾਂ ਹੀ ਕਰਨਗੇ। ਤੁਸੀਂ ਭਗਤੀ ਕਰੋਗੇ, ਤੁਹਾਡੇ ਬੱਚੇ ਦੇਖ ਕੇ ਭਗਤੀ ਕਰੋਗੇ, ਠੀਕ ਹੈ। ਤੁਸੀਂ ਜੇ ਲੜਾਈ ਝਗੜੇ ਕਰੋਗੇ, ਤੁਹਾਡੇ ਬੱਚਿਆਂ ਨੇ ਵੀ ਲੜਾਈ ਝਗੜੇ ਕਰਨੇ ਆ, ਠੀਕ ਹੈ ਨਾ। ਸ਼ੁਰੂਆਤ ਕਿੱਥੋਂ ਕਰਨੀ ਪੈਣੀ? ਆਪਣੇ ਆਪ ਤੋਂ ਕਰਨੀ ਪੈਣੀ। ਜਦ ਤੱਕ ਅਸੀਂ ਆਪਣੇ ਆਪ ਨੂੰ ਬਦਲਾਂਗੇ, ਤਦ ਤੱਕ ਦੂਸਰੇ ਬੰਦੇ ਨੂੰ ਨਹੀਂ ਬਦਲ ਸਕਦੇ। ਸ਼ੁਰੂਆਤ ਆਪਣੇ ਆਪ ਤੋਂ, ਠੀਕ ਹੈ। ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਰੋਜ਼ ਨਾਮ ਦੇ ਰੰਗ 'ਚ ਰੰਗੇ ਰਹੋ, ਭਗਤੀ ਕਰੋ, ਰੋਜ਼ ਸਿਮਰਨ ਕਰੋ, ਬੰਦਗੀ ਕਰੋ। ਜੈ ਲਖ ਦਾਤਾ ਪੀਰ ਦੀ, ਮੌਜ਼ ਫਕੀਰ ਦੀ।